करिए वीर जी शुरू। परम सम्मान जो गुरु प्यारिओ, गुरु फतेह दी सांझ करिए जी। वाहिगुरू जी का खालसा, वाहिगुरू जी की फतेह। वाहिगुरू जी की फतेह। हर शनिचरवार ਅਸੀਂ ਪ੍ਰੈਜੈਂਟੇਸ਼ਨ ਆਹੀਂ ਕੋਈ ਨਾ ਕੋਈ ਵਿਚਾਰ ਆਪ ਜੀ ਦੇ ਨਾਲ ਸਾਂਝੇ ਕਰਦੇ ਹਾਂ। ਅੱਜ ਸਾਡੇ ਵਿਚਾਰ ਦਾ ਵਿਸ਼ਾ ਗੁਰਮਤਿ ਪ੍ਰਚਾਰ ਤੇ ਪ੍ਰਸਾਰ ਨਾਲ ਸੰਬੰਧਿਤ ਹੈ, ਜਿਹਦਾ ਹੈਡਿੰਗ 4 M's ਆਫ ਪ੍ਰਚਾਰ ਐਂਡ ਪ੍ਰਸਾਰ, ਜਿਸ ਵਿੱਚ ਮੈਸੇਜ, ਮਿਸ਼ਨ, ਮੈਥਡ ਐਂਡ ਮੀਅਰਮੈਂਟ, ਇਹ ਚਾਰ ਮੈਥਡ ਜਿਹੜੇ ਹਨ ਉਹ ਕਿਵੇਂ ਇਸ ਕੰਮ ਕਰਦੇ ਹਨ। ਸਿੱਖੀ ਦੇ ਪ੍ਰਚਾਰ ਪ੍ਰਸਾਰ ਵਿੱਚ, ਗੁਰਮਤਿ ਦੇ ਪ੍ਰਚਾਰ ਪ੍ਰਸਾਰ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਸੰਸਾਰ ਤੱਕ ਪਹੁੰਚਾਉਣ ਲਈ ਕਿਹੜੇ ਉਪਰਾਲੇ ਹੋਣੇ ਚਾਹੀਦੇ ਹਨ, ਕੀ ਉਦਮ ਕਰੀਏ। ਇਹ ਪ੍ਰਚਾਰ ਐਂਡ ਪ੍ਰਸਾਰ ਦੇ 4 M ਹਨ, 4 M's ਆਫ ਪ੍ਰਚਾਰ ਐਂਡ ਪ੍ਰਸਾਰ। ਇਹ ਸਾਡੇ ਨਾਲ ਵਿਚਾਰ ਅੱਜ ਵੀਰ ਗੁਰਸ਼ਰਨ ਸਿੰਘ ਜੀ ਚੰਡੀਗੜ੍ਹ ਤੋਂ ਕਰ ਰਹੇ ਹਨ। ਬੇਨਤੀ ਕਰ ਰਿਹਾ ਹਾਂ ਵੀਰ ਗੁਰਸ਼ਰਨ ਸਿੰਘ ਜੀ ਨੂੰ ਕਿ ਅੱਜ ਦਾ ਆਪਣਾ ਇਹ ਪ੍ਰਚਾਰ ਐਂਡ ਪ੍ਰਸਾਰ ਦਾ ਮਿਸ਼ਨ ਜਿਹੜਾ ਹੈ ਉਹ ਸਾਨੂੰ ਜਾਣਕਾਰੀ ਦੇਣ, ਸਾਨੂੰ ਪ੍ਰਚਾਰ ਐਂਡ ਪ੍ਰਸਾਰ ਦੇ ਮਿਸ਼ਨ ਵਿੱਚ ਆਪ ਵੀ ਸਾਨੂੰ ਜੋੜ ਕੇ ਅੱਗੇ ਵੱਲ ਨੂੰ ਲੈ ਕੇ ਜਾਣ। ਵੀਰ ਗੁਰਸ਼ਰਨ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਰਿਓ, ਫਤਿਹ ਨਾਲ ਸਾਂਝ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਸੋਂ ਵੀਰ ਜੀ ਨਾਲ, ਹਰਜੀਤ ਸਿੰਘ ਜੀ ਨਾਲ ਗੱਲ ਹੋਈ ਸੀਗੀ ਤੇ ਉਹਨਾਂ ਨੇ ਹੁਕਮ ਕੀਤਾ ਸੀ ਵੀ ਕੋਈ ਵਿਸ਼ਾ ਲਿੱਤਾ ਜਾਏ, ਤੇ ਮੈਨੂੰ ਐਵੇਂ ਜਾਪਿਆ ਵੀ ਕੁਝ ਇਹੋ ਜਿਹਾ ਆਪਾਂ ਵਿਸ਼ਾ ਲਈਏ ਜਿਹਦਾ ਡਾਇਰੈਕਟ ਰਿਲੇਸ਼ਨ ਸਿੱਖ ਮਿਸ਼ਨਰੀ ਕਾਲਜ ਨਾਲ ਹੋਵੇ, ਜਿਹੜਾ ਕੰਮ ਅਸੀਂ ਕਰ ਰਹੇ ਹਾਂ ਉਹਦੇ ਨਾਲ ਹੋਵੇ, ਔਰ ਜੋ ਕੁਝ ਮੈਂ ਆਪਣੀ ਜ਼ਿੰਦਗੀ 'ਚ ਪ੍ਰੋਫੈਸ਼ਨਲ ਦੁਨੀਆ ਵਿੱਚ ਜਾ ਕੇ ਕਰਦਾ ਹੈ, ਜੇ ਉਹਨੂੰ ਸਮਝਦੇ ਹੋਏ ਜੋ ਕੁਝ ਮੈਂ ਸਮਝਿਆ ਹੈ ਉਹਨੂੰ ਅਗਰ ਅਸੀਂ ਪ੍ਰਚਾਰ ਪ੍ਰਸਾਰ ਦੇ ਪੁਆਇੰਟ ਆਫ ਵਿਊ ਨਾਲ ਦੇਖਣਾ ਹੋਏ ਤਾਂ ਉਹ ਕਿਵੇਂ ਨਿੱਤਰ ਕੇ ਆਏਗਾ। ਗੁਰੂ ਗ੍ਰੰਥ ਸਾਹਿਬ 'ਚ ਬਹੁਤ ਸਾਰੇ ਵਧੀਆ ਫਰੇਮਵਰਕ ਯੂਜ਼ ਕੀਤੇ ਗਏ ਨੇ, ਜਿਨ੍ਹਾਂ ਦੀ ਕਈ ਵਾਰ ਮੈਂ ਪ੍ਰੈਜੈਂਟੇਸ਼ਨ ਕਰਨ ਦੀ ਵੀ ਕੋਸ਼ਿਸ਼ ਕੀਤੀ ਹੈ। ਜਿਵੇਂ ਸਕਸੈਸ ਦਾ ਫਰੇਮਵਰਕ ਗੁਰੂ ਪਾਤਸ਼ਾਹ ਨੇ 28ਵੀਂ ਪੌੜੀ ਵਿੱਚ ਲਾਇਆ ਹੈ ਸਾਡੇ ਸਾਹਮਣੇ। ਜਦੋਂ ਆਪਾਂ ਕਰਦੇ ਹਾਂ ਮੁੰਦਾ ਸੰਤੋਖ ਵਾਲੀ ਗੱਲ, ਤਾਂ ਪੂਰਾ ਸਕਸੈਸ ਦਾ ਫਰੇਮਵਰਕ ਹੈ 1 by 1। ਫਰੇਮਵਰਕ ਦਾ ਮਤਲਬ ਹੁੰਦਾ ਵੀ ਪਹਿਲਾਂ ਕਿਹੜੀ ਚੀਜ਼ ਦੀ ਇੰਪੋਰਟੈਂਸ ਹੈ, ਫਿਰ ਉਸ ਤੋਂ ਬਾਅਦ ਦੂਸਰੀ ਕਿਹੜੀ ਹੈ, ਫਿਰ ਤੀਸਰੀ ਕਿਹੜੀ ਹੈ, ਤੇ ਫਿਰ ਚੌਥੀ ਕਿਹੜੀ ਹੈ। ਇੱਕ ਤਰੀਕੇ ਨਾਲ ਲਾਅ ਐਂਡ ਆਰਡਰ ਵੀ ਇਹੀ ਹੈ। ਜਦੋਂ ਅਸੀਂ ਪਹਿਲੀ ਪੌੜੀ ਦੇ ਵਿੱਚ ਗੱਲ ਕਰਦੇ ਹਾਂ ਹੁਕਮ ਦੀ ਜਾਂ ਆਰਡਰ ਦੀ, ਉਹਦਾ ਵੀ ਇੱਕ ਤਰ੍ਹਾਂ ਇਹੀ ਮਤਲਬ ਹੁੰਦਾ ਹੈ ਵੀ ਜਿਹੜੀ ਪਹਿਲੀ ਚੀਜ਼ ਤੀਜੀ ਚੀਜ਼ ਜਾਂ ਤੀਜਾ ਰੱਖਿਆ ਜਾਏ, ਚੌਥੀ ਚੀਜ਼ ਨੂੰ ਚੌਥੀ ਜਗ੍ਹਾ ਰੱਖਿਆ ਜਾਏ। ਤੇ ਇਹ ਗੱਲ ਤਾਂ ਬਿਲਕੁਲ ਕਲੀਅਰ ਹੈ ਸਾਡੇ ਸਾਰਿਆਂ ਦੇ ਮਾਈਂਡ ਦੇ ਵਿੱਚ ਵੀ ਸਭ ਤੋਂ ਪਹਿਲਾਂ ਵਾਹਿਗੁਰੂ ਪਰਮੇਸ਼ਵਰ ਉਹ ਨੇ ਤੇ ਉਹਨਾਂ ਦਾ ਸਰੂਪ ਬਾਣੀ ਹੈ। ਇਹਨਾਂ ਦੋਹਾਂ ਦੀ ਅਗਵਾਈ ਹੇਠ ਸਿੱਖੀ ਸਮਝਦਾ ਹੋਇਆ ਅੱਗੇ ਤੁਰਦਾ ਹੈ। ਬਸ ਇਸੇ ਗੱਲ ਨੂੰ ਪਕੜਦੇ ਹੋਏ ਇੱਕ ਬੜਾ ਸਿੰਪਲ ਜਿਹਾ ਫਰੇਮਵਰਕ ਅੱਜ ਆਪਾਂ ਸਾਂਝ ਕਰਨਾ, ਕਿਉਂਕਿ ਕਈ ਵਾਰੀ ਕੀ ਹੁੰਦਾ ਹੈ ਕਿ ਕੋਈ ਵੀ ਚੀਜ਼ ਜੇ ਅਸੀਂ ਮਲਟੀਪਲ ਪਰਸਪੈਕਟਿਵ ਨਾਲ ਦੇਖਦੇ ਹਾਂ, ਵੱਖਰੇ ਨਜ਼ਰ ਨਾਲ ਦੇਖਦੇ ਹਾਂ, ਤੇ ਕਈ ਵਾਰੀ ਕੁਝ ਚੀਜ਼ਾਂ ਜ਼ਿਆਦਾ ਕਲੀਅਰ ਹੁੰਦੀਆਂ ਨੇ। ਤੇ ਅੱਜ ਅਸੀਂ ਉਹਨੂੰ 4 M ਦੇ ਪੁਆਇੰਟ ਆਫ ਵਿਊ ਨਾਲ ਦੇਖਾਂਗੇ, ਜਿਹਦੀ ਇੰਟਰੋਡਕਸ਼ਨ ਹੁਣੀ ਵੀਰ ਹਰਜੀਤ ਸਿੰਘ ਜੀ ਨੇ ਦਿੱਤੀ ਹੈ। ਤੇ ਪਹਿਲੀ ਸਲਾਈਡ ਦੇ ਵਿੱਚ ਇਹ ਕਲੀਅਰ ਕੀਤਾ ਗਿਆ 2 ਪਾਰਟ ਕਿ ਪ੍ਰਚਾਰ ਤੇ ਪ੍ਰਸਾਰ। ਹੁਣ ਪ੍ਰਚਾਰ ਦਾ ਮਤਲਬ ਹੈ ਜਿੰਨੀ ਵੀ ਸਾਰੀ ਐਫਰਟ ਕਰ ਰਹੇ ਹਾਂ ਆਪਾਂ, ਹੁਣ ਜਿਹੜੀ ਵੀ ਉਹਦੀ ਐਫਰਟ ਹੋ ਰਹੀ ਹੈ ਉਹਦੇ ਰਾਹੀਂ ਪ੍ਰਸਾਰ ਹੋ ਰਿਹਾ ਹੈ, ਸਾਡੇ ਕੰਮਾਂ ਦਾ ਅਸਰ ਹੋ ਰਿਹਾ ਹੈ। ਹੁਣ ਜਿਹੇ ਜਿਹੇ ਕੰਮ ਕਰਦੇ ਆਏ ਆ ਆਪਾਂ, ਉਹ ਇਹੋ ਜਿਹਾ ਅਸਰ ਹੁੰਦਾ ਹੈ। ਅੰਗਰੇਜ਼ੀ ਦੀ ਇੱਕ ਕਹਾਵਤ ਹੈ ਜਿਹੜੀ ਸੈਕਿੰਡ ਸਲਾਈਡ ਦੇ ਵਿੱਚ ਇੰਡੀਕੇਟ ਕੀਤੀ ਗਈ ਹੈ ਕਿ if we keep doing what we have been doing, we'll keep getting what we have been getting। ਇਹ ਤਾਂ ਕੁਦਰਤੀ ਕਾਨੂੰਨ ਹੈ, ਜਿਹਾ ਬੀਜੈ ਸੋ ਲੁਣੈ, ਕਰਮਾ ਸੰਦੜਾ ਖੇਤ। ਜਿਹਾ ਜਿਹਾ ਬੀਜਾਂਗੇ, ਐਜ ਜਿਹੜਾ ਵੀ ਸਾਡੀ ਸੋਇੰਗ ਹੋਏਗੀ, ਰੀਪਿੰਗ ਉਹ ਇਹੀ ਜਿਹੀ ਹੋਏਗੀ। ਐਜ਼ ਯੂ ਸੋ ਸ਼ੈਲ ਯੂ ਰੀਪ। ਤੇ ਬਹੁਤ ਲੰਬੇ ਸਮੇਂ ਤੋਂ ਸਿੱਖ ਮਿਸ਼ਨਰੀ ਕਾਲਜ
ਪ੍ਰਚਾਰ ਪ੍ਰਸਾਰ ਦੀ ਦੁਨੀਆ ਦੇ ਵਿੱਚ ਆਪਣੀ ਵਡਮੁੱਲੀ ਯੋਗਦਾਨ ਪਾ ਰਿਹਾ ਹੈ, ਕੰਮ ਕਰਦਾ ਆ ਰਿਹਾ ਹੈ ਤੇ ਬਹੁਤ ਹੀ ਵੀਰ ਭੈਣ ਬੜੇ ਡੈਡੀਕੇਟਿਡ, ਬੜੇ ਸਮਰਪਣ ਨਾਲ ਕੰਮ ਕਰ ਰਹੇ ਹਨ। ਇਹਨਾਂ ਸਾਰਿਆਂ ਦੇ ਬਾਵਜੂਦ ਇੱਕ ਗੱਲ ਸਾਡੇ ਸਾਹਮਣੇ ਹੈ, ਖਾਸ ਕਰਕੇ ਜਿਨ੍ਹਾਂ ਦੇ ਵੀ ਹਿਰਦੇ ਦੇ ਵਿੱਚ ਪੰਥ ਲਈ, ਬਾਣੀ ਲਈ ਜਿੰਨਾ ਪ੍ਰੇਮ ਗਹਿਰਾ ਹੋਏਗਾ, ਉਹਨਾਂ ਇਹ ਵੀ ਲੱਗਦਾ ਹੈ ਵੀ ਜਿੱਥੇ ਸਾਨੂੰ ਪਹੁੰਚਣਾ ਚਾਹੀਦਾ ਸੀ ਉੱਥੇ ਨਹੀਂ ਅਪੜੇ। ਇਹਦਾ ਮਤਲਬ ਇਹ ਵੀ ਹੋਇਆ ਕਿ ਜੋ ਕੁਝ ਅਸੀਂ ਹੁਣ ਕਰ ਰਹੇ ਹਾਂ ਉਹਦੇ ਵਿੱਚ ਕੋਈ ਨਾ ਕੋਈ ਬਦਲਾਵ ਲੈ ਕੇ ਆਉਣਾ ਪਏਗਾ, ਉਹਦੇ 'ਚ ਇੰਪਰੂਵਮੈਂਟ ਲੈ ਕੇ ਆਉਣੀ ਪਏਗੀ। ਜਦੋਂ ਅਸੀਂ ਬਦਲਾਵ ਜਾਂ ਇੰਪਰੂਵਮੈਂਟ ਲੈ ਕੇ ਆਵਾਂਗੇ ਤੇ ਸਾਡੇ ਜਿਹੜੇ ਰਿਜ਼ਲਟ ਨੇ, ਟੀਚੇ ਨੇ, ਪ੍ਰਾਪਤੀਆਂ ਨੇ, ਉਹ ਉਹੀ ਜਿਹੀਆਂ ਹੋ ਜਾਣਗੀਆਂ ਜਿਹੜੀਆਂ ਅਸੀਂ ਚਾਹੁੰਦੇ ਹਾਂ। ਬਸ ਇਸੇ ਚੀਜ਼ ਨੂੰ ਅੱਜ ਦਾ ਜਿਹੜਾ ਸਾਡਾ ਵਿਸ਼ਾ ਹੈ ਸਮਰਪਿਤ ਹੈ, ਜਿਹਨੂੰ ਆਪਾਂ 4M ਕਰਕੇ ਕਹਿ ਰਹੇ ਹਾਂ। ਔਰ ਉਹ 4M ਨੇ, ਪਹਿਲਾ ਹੈ, ਹਾਂ ਅੱਗੇ ਤੁਰਨ ਤੋਂ ਪਹਿਲਾਂ ਇੱਕ ਹੋਰ ਗੱਲ ਆਪ ਨੂੰ ਚੇਤੇ ਕਰਾ ਦਾਂ। ਆਪ ਸਾਰੇ ਜਾਣਦੇ ਹੋ ਕਿ ਦਸੰਬਰ ਦਾ ਮਹੀਨਾ ਜਿਹੜਾ ਹੈ ਉਹ ਸ਼ਹੀਦੀ ਦਿਹਾੜਿਆਂ ਦਾ ਮਹੀਨਾ ਹੈ ਤੇ ਸਿੱਖ ਜਗਤ ਵਰਗੀ ਸ਼ਹੀਦੀਆਂ ਨਾ ਕਿਸੇ ਨੇ ਦਿੱਤੀਆਂ ਤੇ ਨਾ ਦੇਣੀਆਂ ਨੇ। ਗੁਰੂ ਪਾਤਸ਼ਾਹ ਦੇ ਪੂਰੇ ਪਰਿਵਾਰ ਦੇ ਸ਼ਹੀਦ ਹੋਣ ਦੀ ਗੱਲ ਹੈ। ਹੁਣੀ ਗੁਰੂ ਤੇਗ ਬਹਾਦਰ ਪਾਤਸ਼ਾਹ ਤੇ ਉਹਨਾਂ ਦੇ ਨਾਲ ਸਿੰਘਾਂ ਦੇ ਸ਼ਹੀਦੀ ਦਿਹਾੜੇ ਗੁਜ਼ਰੇ ਨੇ ਤੇ ਇਹ ਬੜਾ ਹੀ ਇੱਕ ਸਮਾਂ ਹੁੰਦਾ ਹੈ ਜਦ ਸਿੱਖ ਦਾ ਮਨ ਆਪਣੇ ਆਪ ਹੀ ਉਚੇਚੇ ਤੌਰ ਤੇ ਉਸ ਇੱਕ ਤਰ੍ਹਾਂ ਲਈ ਵਿਰਾਗਮਈ ਥੋੜੀ ਜਿਹੀ ਉਹਦੀ ਅਵਸਥਾ ਹੁੰਦੀ ਹੈ ਤੇ ਥੋੜਾ ਪੋਲਾ ਹੋਇਆ ਹੁੰਦਾ ਹੈ, ਸਿੱਖੀ ਨਾਲ ਥੋੜਾ ਹੋਰ ਨੇੜੇ ਹੋਇਆ ਹੁੰਦਾ ਹੈ, ਇਤਿਹਾਸ ਨਾਲ ਹੋਰ ਨੇੜੇ ਹੁੰਦਾ ਹੈ। ਤੇ ਜਿੰਨੇ ਵੀ ਟੋਟਲ ਸਿੱਖੀ ਜਗਤ ਦੇ ਵਿੱਚ, ਸਿੱਖ ਜਗਤ ਦੇ ਵਿੱਚ ਸ਼ਹੀਦ ਹੋਏ ਆ, ਉਹਨਾਂ ਨੂੰ ਪ੍ਰਣਾਮ ਕਰਦੇ ਹੋਏ ਅੱਜ ਦਾ ਇਹ ਛੋਟਾ ਜਿਹਾ ਸਲਾਈਡ ਸ਼ੋ ਆਪਾਂ ਉਹਨਾਂ ਨੂੰ ਸਮਰਪਿਤ ਕਰਦੇ ਹੋਏ ਚੱਕਦੇ ਹਾਂ। ਕਿਉਂਕਿ ਮੇਰਾ ਖਿਆਲ ਤੁਸੀਂ ਮੇਰੇ ਤੋਂ ਵੱਧ ਸਾਰੇ ਜਾਣਦੇ ਹੋ ਕਿ ਜ਼ਿੰਦਗੀ ਅੱਜ ਹੈ, ਕੱਲ ਹੋਏਗੀ ਜ਼ਰੂਰੀ ਨਹੀਂ ਹੈ। ਜ਼ਿੰਦਗੀ ਬਹੁਤ ਹੀ ਕੀਮਤੀ ਹੈ। ਆਪਾਂ ਕਾਰ ਖਰੀਦ ਸਕਦੇ ਹਾਂ, ਮੋਟਰਸਾਈਕਲ ਖਰੀਦ ਸਕਦੇ ਹਾਂ, ਆਪਾਂ ਹਵਾਈ ਜਹਾਜ਼ ਵੀ ਖਰੀਦ ਸਕਦੇ ਹਾਂ, ਆਪਾਂ ਲੱਖਾਂ ਕਰੋੜਾਂ ਰੁਪਏ ਦੀ ਮਸ਼ੀਨਰੀ ਵੀ ਖਰੀਦ ਸਕਦੇ ਹਾਂ, ਪਰ ਜ਼ਿੰਦਗੀ ਦਾ ਇੱਕ ਪਲ ਵੀ ਨਹੀਂ ਖਰੀਦਿਆ ਜਾ ਸਕਦਾ। ਉਹ ਕੇਵਲ ਪਰਮਾਤਮਾ ਦੀ ਰਹਿਮਤ ਸਦਕਾ ਆ ਜਿਹੜੀ ਦੁਰਲਭ ਸਾਡੀ ਮਨੁੱਖਾ ਦੇਹੀ ਮਿਲੀ ਹੈ, ਇਹਨੂੰ ਆਪਾਂ ਕੋਈ ਨਾ ਕੋਈ ਕੰਮ ਇਹੋ ਜਿਹਾ ਕਰੀਏ, ਚੰਗੇ ਤੋਂ ਚੰਗਾ ਕਰੀਏ, ਤਾਂ ਕਿ ਇਹ ਜਿਹੜਾ ਜਨਮ ਮਿਲਿਆ ਹੈ ਕਿਸੇ ਲਾਹੇ ਵਿੱਚ ਹੋ ਸਕੇ। ਲਾਹੇ ਦਾ ਮਤਲਬ ਇਹ ਹੈ ਕਿ ਫਾਇਦਾ ਹੋ ਸਕੇ। ਆਪਾਂ ਬਿਲਕੁਲ ਚੇਤੇ ਰੱਖੀਏ, ਬਾਰ-ਬਾਰ ਚੇਤੇ ਕਰੀਏ ਕਿ ਜ਼ਿੰਦਗੀ ਥੋੜੇ ਟਾਈਮ ਲਈ ਹੈ ਤੇ ਕੰਮ ਬਹੁਤ ਕਰਨ ਵਾਲੇ ਨੇ। ਕਿਸ ਤਰੀਕੇ ਨਾਲ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਇਹੋ ਜਿਹਾ ਕਰ ਸਕੀਏ, ਆਪਾਂ ਕਹਿ ਸਕੀਏ ਕਿ ਕੁਝ ਕੀਤਾ ਹੈ। ਹੁਣ ਅਗਲੀ ਸਲਾਈਡ ਦੇ ਵਿੱਚ ਆਪਾਂ ਦੇਖਾਂਗੇ ਕਿ ਜੇ ਆਪਣੀ ਜ਼ਿੰਦਗੀ 'ਚ ਕੁਝ ਕਰਨਾ ਹੈ, ਅਸੀਂ ਜਿਹੜੇ ਵੀ ਪ੍ਰੋਜੈਕਟ ਨਾਲ ਆਪਾਂ ਜੁੜੇ ਹੋਏ ਹਾਂ, ਜਿਹੜਾ ਵੀ ਆਪਾਂ ਕੰਮ ਕਰ ਰਹੇ ਹਾਂ, ਜਿੱਥੇ ਵੀ ਆਪਾਂ ਬਦਲਾਵ ਲੈ ਕੇ ਆਣੇ ਹੈ। ਹੁਣੀ ਗੱਲ ਹੋਈ ਸੀ ਵੀ ਜਿਸ ਤਰੀਕੇ ਨਾਲ ਆਪਾਂ ਕੰਮ ਕਰ ਰਹੇ ਹਾਂ ਉਹਦੇ ਨਾਲ ਅੱਜ ਦੇ ਰਿਜ਼ਲਟ ਮਿਲ ਰਹੇ ਹੈ। ਜੇਕਰ ਅਸੀਂ ਆਪਣੇ ਰਿਜ਼ਲਟ ਨੂੰ ਚੇਂਜ ਕਰਨਾ ਹੈ, ਬਦਲਣਾ ਹੈ, ਇੰਪਰੂਵ ਕਰਨਾ ਹੈ ਤੇ ਉਹਦੇ ਵਾਸਤੇ ਕੁਝ ਨਵਾਂ ਕਰਨਾ ਪਏਗਾ। ਤੇ ਕੋਈ ਵੀ ਨਵਾਂ ਕੰਮ ਕਰਨਾ ਹੋਵੇ, ਕਿਤੇ ਵੀ ਕਰਨਾ ਹੋਏ, ਭਾਵੇਂ ਨਿੱਜੀ ਜ਼ਿੰਦਗੀ ਦੇ ਵਿੱਚ, ਭਾਵੇਂ ਪ੍ਰੋਫੈਸ਼ਨਲ ਵਰਲਡ ਦੇ ਵਿੱਚ, ਭਾਵੇਂ ਧਾਰਮਿਕ ਦੁਨੀਆ ਦੇ ਵਿੱਚ, ਤੇ ਉਹਦੇ 5 ਪੜਾਅ ਹੁੰਦੇ ਆ ਜਿਨ੍ਹਾਂ ਦਾ ਜ਼ਿਕਰ ਮੈਂ ਕਈ ਵਾਰ ਪਹਿਲਾਂ ਵੀ ਕੀਤਾ ਹੈ ਤੇ ਮੈਨੂੰ ਨਿੱਜੀ ਤੌਰ ਤੇ ਇਹ ਲੱਗਦਾ ਹੈ ਕਿ ਇਹ 5 ਪੜਾਅ ਬਹੁਤ ਜ਼ਰੂਰੀ ਨੇ। ਤੇ ਜਿਨੇ ਵੀਰ ਭੈਣ ਇਸ ਟਾਈਮ ਲਾਈਨ ਦੇ ਉੱਤੇ ਨੇ, ਇਹ ਪਾਰਟਿਸਿਪੇਟ ਕਰ ਰਹੇ ਨੇ ਅੱਜ ਦੀ ਇਸ ਪ੍ਰੋਗਰਾਮ ਦੇ ਵਿੱਚ, ਉਹਨਾਂ ਦੇ ਚਰਨਾਂ ਵਿੱਚ ਹੱਥ ਜੋੜ ਕੇ ਬੇਨਤੀ ਹੈ ਕਿ ਬੜੇ ਪਿਆਰ ਦੇ ਨਾਲ, ਬੜੇ ਅਦਬ ਦੇ ਨਾਲ ਇਹਨਾਂ ਜਦੋਂ ਆਪਾਂ ਪ੍ਰਚਾਰ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ, ਸਿੱਖ ਧਰਮ ਦਾ, ਇਤਿਹਾਸ ਦਾ ਅਸੀਂ ਪ੍ਰਚਾਰ ਕਰਦੇ ਹਾਂ, ਰਹਿਤ ਮਰਿਆਦਾ ਦਾ, ਤੇ ਇਹਨਾਂ ਸਾਰਿਆਂ ਨੂੰ ਜੇਕਰ ਅਸੀਂ ਵਧੀਆ ਢੰਗ ਨਾਲ ਕਰਨਾ ਚਾਹੁੰਦੇ ਹਾਂ ਤੇ ਇੱਕ ਵਾਰੀ ਆਪਣੇ ਤੌਰ ਤੇ ਇਹ ਜਿਹੜੇ 5 ਸਟੈਪ ਇਸ ਟਾਈਮ ਆਪਦੀ ਸਕਰੀਨ ਦੇ ਉੱਤੇ ਹੈ, ਉਹਨਾਂ ਨੂੰ ਉਚੇਚੇ ਤੌਰ ਤੇ ਵਿਚਾਰਨ ਦੀ ਕੋਸ਼ਿਸ਼ ਕਰਨਾ। ਇਹਦੇ ਵਿੱਚੋਂ ਪਹਿਲਾ ਹੈ
ਵੀ ਜੋ ਕੁਝ ਵੀ ਆਪਾਂ ਕਰੀਏ ਆਪਣੇ ਆਪ ਤੋਂ ਪੁੱਛੀਏ ਬਈ ਉਹ ਕਿਉਂ ਕਰਨਾ ਹੈ, ਕਿ ਉਹਦੀ ਲੋੜ ਹੈ, ਕਿੰਨੀ ਕੁ ਲੋੜ ਹੈ। ਔਰ ਜਦੋਂ ਇਹ ਗੱਲ ਕਲੀਅਰ ਹੋ ਜਾਏਗੀ ਵੀ ਲੋੜ ਹੈ ਤੇ ਫਿਰ ਗੱਲ ਸਾਹਮਣੇ ਆਉਂਦੀ ਹੈ। ਮੇਰਾ ਨਿੱਜੀ ਤਜਰਬਾ ਇਹ ਹੈ, ਮੇਰਾ ਨਿੱਜੀ ਅਨੁਭਵ ਇਹ ਹੈ ਵੀ ਸਾਰੀ ਜ਼ਿੰਦਗੀ ਦਿਲ ਵੀ ਟਗ ਆਫ ਵਾਰ, ਖਿੱਚਾਤਾਨੀ ਹੁੰਦੀ ਰਹੇਗੀ ਦੋ ਚੀਜ਼ਾਂ ਦੇ ਵਿਚਕਾਰ। ਵੈਸੇ ਤਾਂ ਖਿੱਚੋਤਾਨੀ ਜਿਹੜੀ ਹੈ ਗੁਣ ਅਵਗੁਣ ਦੇ ਵਿਚਕਾਰ ਵੀ ਹੈਗੀ ਹੈ, ਬਟ ਜਦੋਂ ਤੱਕ ਕੰਮ ਦੀ ਗੱਲ ਆਉਂਦੀ ਹੈ, ਸਾਡੇ ਕੰਮ ਜਿਹੜੇ ਨੇ ਦੋ ਦਿਸ਼ਾਵਾਂ ਵਿੱਚ ਖਿੱਚਦੇ ਨੇ। ਇੱਕ ਉਹ ਕੰਮ ਜਿਹੜੇ ਜ਼ਰੂਰੀ ਨੇ ਤੇ ਇੱਕ ਉਹ ਕੰਮ ਜਿਹੜੇ ਫੌਰੀ ਨੇ। ਹੁਣ ਜ਼ਰੂਰੀ ਕੰਮ ਜਿਹੜੇ ਹੁੰਦੇ ਨੇ, ਜਿਨ੍ਹਾਂ ਰਾਹੀਂ ਵਿਕਾਸ ਹੁੰਦਾ ਹੈ, ਜਿਨ੍ਹਾਂ ਨਾਲ ਚੇਂਜ ਹੁੰਦਾ ਹੈ, ਜਿਨ੍ਹਾਂ ਨਾਲ ਬਦਲਾਵ ਆਉਂਦਾ ਹੈ, ਉਹ ਫੌਰੀ ਨਹੀਂ ਹੁੰਦੇ। ਉਹ ਆਮ ਤੌਰ ਦੇ ਉੱਤੇ ਅੱਜ ਸ਼ੁਰੂ ਕਰੋ ਤੇ ਉਹਦਾ ਅਸਰ ਜਿਹੜਾ ਹੈ ਬਹੁਤ ਟਾਈਮ ਬਾਅਦ ਆਉਂਦਾ ਹੈ। ਜਿਵੇਂ ਭਾਵੇਂ ਉਹ ਗੁਰਦੁਆਰਾ ਸੁਧਾਰ ਲਹਿਰ ਹੋਵੇ, ਉਹਦਾ ਜਿਹੜਾ ਅਸਰ ਆਇਆ ਬਹੁਤ ਦੇਰ ਬਾਅਦ ਆਇਆ। ਜਿਹੜੀ ਗੱਲ ਗੁਰੂ ਨਾਨਕ ਪਾਤਸ਼ਾਹ ਨੇ ਸ਼ੁਰੂ ਕੀਤੀ, ਉਹਦਾ ਜਿਹੜਾ ਅਸਰ ਆਇਆ ਕਰਦੇ 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 ਬਹੁਤ ਸਮੇਂ ਤੱਕ ਆਇਆ ਔਰ ਹੋ ਰਿਹਾ ਹੈ। ਤੇ ਵੱਡੇ ਵੱਡੇ ਕੰਮਾਂ ਦੀ ਜਿਹੜੀ ਜਦੋਂ ਆਪਾਂ ਗੱਲ ਕਰਦੇ ਹਾਂ, ਉਹ ਲੌਂਗ ਟਰਮ ਹੁੰਦੇ ਹੈ, ਉਹ ਅੱਜ ਦੇ ਵਾਸਤੇ ਨਹੀਂ ਹੁੰਦੇ। ਉਹ ਅੱਜ ਦੇ ਵਾਸਤੇ ਤਾਂ ਸ਼ੁਰੂ ਕੀਤਾ ਜਾਂਦਾ ਹੈ, ਬਟ ਉਹਦਾ ਫਾਇਦਾ ਬਹੁਤ ਦੇਰ ਤੱਕ ਹੁੰਦਾ ਹੈ। ਤੇ ਜਿਹੜੇ ਇੰਪੋਰਟੈਂਟ ਕੰਮ ਨੇ ਆਮ ਤੌਰ ਦੇ ਉੱਤੇ ਉਹ ਬਹੁਤ ਅਰਜੈਂਟ ਨਹੀਂ ਹੁੰਦੇ, ਇਸ ਕਰਕੇ ਬੰਦਾ ਅੱਗੇ ਤੋੜ ਦਿੰਦਾ ਹੈ। ਤੇ ਵਾਏ ਨਾਲ ਜੁੜੇ ਹੋਏ ਜਿੰਨੇ ਵੀ ਕੰਮ ਨੇ, ਵਧੀਆ ਤੋਂ ਵਧੀਆ ਕੰਮ, ਇੰਪੋਰਟੈਂਟ ਤੋਂ ਇੰਪੋਰਟੈਂਟ ਕੰਮ, ਆਮ ਤੌਰ ਤੇ ਅਸੀਂ ਪੋਸਟਪੋਨ ਕਰ ਦਿੰਦੇ ਹਾਂ, ਅੱਗੇ ਤੋੜ ਦਿੰਦੇ ਹਾਂ। ਤੇ ਪਹਿਲੀ ਗੱਲ ਇਹ ਹੈ ਵੀ ਇਹ ਆਪਣੇ ਆਪਣੇ ਜੀਵਨ 'ਚ ਸਾਨੂੰ ਸਾਰਿਆਂ ਨੂੰ ਚੈੱਕ ਕਰਨਾ ਪਏਗਾ ਕਿ ਮੇਰੀ ਜ਼ਿੰਦਗੀ ਜਿਹੜੀ ਬਹੁਤ ਕੀਮਤੀ ਜ਼ਿੰਦਗੀ ਹੈ, ਉਹਦੇ ਸਭ ਤੋਂ ਇੰਪੋਰਟੈਂਟ ਕੰਮ ਕਿਹੜਾ ਹੈ, ਫਿਰ ਉਸ ਤੋਂ ਇੰਪੋਰਟੈਂਟ ਕੰਮ ਕਿਹੜਾ ਹੈ, ਫਿਰ ਉਸ ਤੋਂ ਘੱਟ ਇੰਪੋਰਟੈਂਟ ਕੰਮ ਕਿਹੜਾ ਹੈ, ਫਿਰ ਉਸ ਤੋਂ ਘੱਟ ਇੰਪੋਰਟੈਂਟ ਕੰਮ ਕਿਹੜਾ ਹੈ। ਸਭ ਤੋਂ ਇੰਪੋਰਟੈਂਟ ਕੰਮ ਨੂੰ ਸਭ ਤੋਂ ਪਹਿਲਾਂ ਕੀਤਾ ਜਾਵੇ। ਹੁਣ ਦੂਜੀ ਗੱਲ, ਜੇ ਮੈਂ ਇਹ ਨਿਰਧਾਰਿਤ ਕਰ ਲੈਣਾ ਹੈ ਵੀ ਜਿਹੜਾ ਇੰਪੋਰਟੈਂਟ ਕੰਮ, ਸਭ ਤੋਂ ਇੰਪੋਰਟੈਂਟ ਕੰਮ ਹੈ, ਤੇ ਉਹ ਆਏ, ਫਿਰ ਗੱਲ ਹੋਏਗੀ ਉਹ ਐਕਚੁਅਲੀ ਹੈ ਕੀ, ਉਹਦੇ ਬਾਰੇ ਡਿਟੇਲ 'ਚ ਨੌਲੇਜ ਇਕੱਠੀ ਕਰਨੀ ਪਏਗੀ, ਜਾਣਕਾਰੀ ਇਕੱਠੀ ਕਰਨੀ ਪਏਗੀ, ਗਿਆਨ ਇਕੱਠਾ ਕਰਨਾ ਪਏਗਾ। ਤੇ ਤੀਸਰੀ ਗੱਲ ਇਹ ਹੈ ਕਿ ਉਸ ਕੰਮ ਨੂੰ ਨੇਪਰੇ ਚਾੜਨ ਲਈ, ਕੰਪਲੀਟ ਕਰਨ ਲਈ, ਅੱਗੇ ਤੁਰਨ ਲਈ ਮੈਨੂੰ ਕੀ ਕੀ ਕਰਨਾ ਪਏਗਾ। ਆ ਜਿਹੜੇ ਪਹਿਲੇ ਤਿੰਨ ਸਵਾਲ ਨੇ, ਵਾਈ, ਵਟ ਐਂਡ ਹਾਊ, ਇਹ ਤਿਆਰੀ ਦੇ ਨੇ। ਕਹਿੰਦੇ ਨੇ ਕਿ ਜਿੰਨੀ ਹੋਸ਼ ਦੇ ਨਾਲ ਤਿਆਰੀ ਕੀਤੀ ਜਾਵੇ, ਜਿੰਨੀ ਚੰਗੀ ਤਰ੍ਹਾਂ ਇਨਸਾਨ ਤਿਆਰੀ ਕਰਦਾ ਹੈ, ਉਨੀ ਚੰਗੀ ਤਰ੍ਹਾਂ ਜਦੋਂ ਤਿਆਰ ਹੋ ਕੇ ਨਿਕਲਦਾ ਹੈ ਤੇ ਉਹਦੇ ਰਿਜ਼ਲਟ ਵਧੀਆ ਹੁੰਦੇ ਨੇ। ਅਗਲੇ ਦੋ ਪੁਆਇੰਟ ਜਿਹੜੇ ਨੇ ਉਹ ਅਮਲੀ ਜਾਮਾ ਪਹਿਨਾਉਣ ਦੇ ਨੇ। ਇਹਨਾਂ ਦਾ ਦੋ ਨਾਂ ਨੇ, ਇੱਕ ਨਾਂ ਆਪ ਜੀ ਸਾਰੇ ਜਾਣਦੇ ਹੋ, ਇਹਨੂੰ ਕਹਿੰਦੇ ਐਕਸ਼ਨ ਪਲਾਨ, ਤੇ ਦੂਜੀ ਹੈ ਅਕਾਊਂਟੇਬਿਲਿਟੀ, ਯਾਨੀ ਕਿ ਜਵਾਬਦੇਹੀ। ਜੇਕਰ ਅਸੀਂ ਨਜਿੱਠ ਲਿਆ ਵੀ ਆਹ ਫਲਾਣੀ ਚੀਜ਼ ਬੜੀ ਇੰਪੋਰਟੈਂਟ ਹੈ ਔਰ ਇਸ ਇੰਪੋਰਟੈਂਟ ਚੀਜ਼ ਦਾ ਇਹ ਮਤਲਬ ਹੈ, ਇਹ ਇੰਪੋਰਟੈਂਟ ਚੀਜ਼ ਇਸ ਤਰੀਕੇ ਨਾਲ ਕੀਤੀ ਜਾਏਗੀ, ਤੇ ਫਿਰ ਉਹਦੀ ਐਕਸ਼ਨ ਪਲਾਨ ਬਣਦੀ ਹੈ। ਤੇ ਜਦੋਂ ਐਕਸ਼ਨ ਪਲਾਨ ਬਣਦੀ ਹੈ ਤੇ ਫਿਰ ਐਕਸ਼ਨ ਪਲਾਨ ਦੇ ਮੁਤਾਬਿਕ ਕੰਮ ਹੋਇਆ ਜਾਂ ਨਹੀਂ ਹੋਇਆ, ਕਿਸੇ ਨਾ ਕਿਸੇ ਰੂਪ ਵਿੱਚ, ਕਿਸੇ ਨਾ ਕਿਸੇ ਤਰੀਕੇ ਨਾਲ ਸਾਨੂੰ ਉਹਦੀ ਜਵਾਬਦੇਹੀ ਜਿਹੜੀ ਹੈ ਉਹ ਮੁਕਰਰ ਕਰਨੀ ਪਏਗੀ, ਇੰਸ਼ੋਰ ਕਰਨੀ ਪਏਗੀ। ਜੇ ਪੰਜੋਂ ਚੀਜ਼ਾਂ ਚੰਗੀਆਂ ਹੋ ਜਾਣ, ਯਾਨੀ ਕਿ ਇਹ ਪਤਾ ਲੱਗ ਜਾਏ ਕਿ ਸਭ ਤੋਂ ਇੰਪੋਰਟੈਂਟ ਚੀਜ਼ ਕੀ ਹੈ, ਉਹ ਹੈ ਕੀ, ਕਿਵੇਂ ਕਰਨੀ ਹੈ, ਉਹਦੀ ਐਕਸ਼ਨ ਪਲਾਨ ਕੀ ਬਣਾਉਣੀ ਹੈ, ਕਿਹਨੇ ਕੀ ਕੰਮ ਕਰਨਾ ਹੈ, ਕਿੱਥੇ ਕਰਨਾ ਹੈ, ਕਦੋਂ ਕਰਨਾ ਹੈ, ਔਰ ਆਪਾਂ ਉਸ ਪ੍ਰੋਗਰੈਸ ਨੂੰ ਜੇ ਆਪਾਂ ਦੇਖ ਲਈਏ ਵੀ ਕਿਵੇਂ ਹੋ ਰਹੀ ਹੈ ਟਾਈਮ ਟੂ ਟਾਈਮ, ਤੇ ਜ਼ਾਹਿਰ ਹੈ ਕਿ ਸਾਡੀ ਪ੍ਰੋਗਰੈਸ ਜਿਹੜੀ ਹੈ ਜ਼ਰੂਰ ਹੋਏਗੀ। ਇਸੇ ਗੱਲ ਨੂੰ ਆਪਾਂ ਅੱਗੇ ਤੋਰਾਂਗੇ ਇਹਨਾਂ 4 ਸਟੈਪ ਦੇ ਵਿੱਚ, ਜਿਹੜੇ ਇਸ ਟਾਈਮ ਹੁਣ ਆਪ ਜੀ ਦੀ ਸਕਰੀਨ ਉੱਤੇ ਨੇ। ਇਹਨਾਂ ਦੀ ਸੀਕੁਐਂਸ ਕੁਝ ਇਸ ਤਰੀਕੇ ਦੀ ਹੈ। ਪਹਿਲੀ ਹੈ ਮੈਸੇਜ, ਦੂਸਰੀ ਹੈ ਮਿਸ਼ਨ, ਤੀਸਰੀ ਹੈ ਮੈਥਡ, ਚੌਥੀ ਹੈ ਮੇਜ਼ਰਮੈਂਟ। ਇਹਨੂੰ ਮੈਂ ਖਾਸ ਤੌਰ ਦੇ ਉੱਤੇ ਪ੍ਰਚਾਰ ਔਰ ਪ੍ਰਸਾਰ ਦੇ ਪੁਆਇੰਟ ਆਫ View ਨਾਲ ਲਿੱਤਾ ਹੈਗਾ। ਸਾਰੇ ਕੰਮ ਮੈਸੇਜ ਨਾਲ ਨਹੀਂ ਜੁੜੇ ਹੋਏ, ਸਾਰਿਆਂ ਦਾ ਮਨੋਰਥ ਮੈਸੇਜ ਨਾਲ ਨਹੀਂ ਜੁੜਿਆ ਹੋਇਆ। ਹਾਂ, ਲੇਕਿਨ ਜਦੋਂ ਪ੍ਰਚਾਰ ਪ੍ਰਸਾਰ ਦੀ ਗੱਲ ਆਉਂਦੀ ਹੈ ਤੇ ਉੱਥੇ ਕੋਈ ਨਾ ਕੋਈ ਸੰਦੇਸ਼ ਜ਼ਰੂਰ ਹੁੰਦਾ। ਹਰ ਮਾਰਕੀਟਿੰਗ ਦਾ ਇੱਕ ਸੰਦੇਸ਼ ਹੈ, ਮਾਰਕੀਟਿੰਗ ਦੇ ਵਿੱਚ ਇੱਕ ਸੰਦੇਸ਼ ਦਿੱਤਾ ਜਾਂਦਾ ਹੈ, ਜਿਹਨੂੰ ਕਹਿੰਦੇ ਪ੍ਰਚਾਰ।
ਪ੍ਰਚਾਰ ਬੇਸਿਕਲੀ ਇਕੁਇਵਲੈਂਟ ਹੈ ਮਾਰਕੀਟਿੰਗ ਦਾ। ਫਿਰ ਉਸ ਦਾ ਅਸਰ ਹੋਇਆ ਕਿ ਨਹੀਂ ਹੋਇਆ, ਉਹ ਮਾਰਕੀਟਿੰਗ 'ਚ ਜਿਹੜੇ ਵੀ ਟੂਲ ਯੂਜ਼ ਕੀਤੇ ਸੀ ਕੰਪਨੀਆਂ ਉਹਨੂੰ ਚੈੱਕ ਕਰਦੀਆਂ ਨੇ, is it effective or not? if they find ਕਿ ਮਾਰਕੀਟਿੰਗ ਦਾ ਜਿਹੜਾ ਟੂਲ ਯੂਜ਼ ਕੀਤਾ ਸੀ, ਜਿਹੜੀ ਐਡ ਯੂਜ਼ ਕੀਤੀ ਸੀ, ਜਿਹੜਾ ਮੀਡੀਆ ਯੂਜ਼ ਕੀਤਾ ਸੀਗਾ, ਜੇ ਉਹਦਾ ਅਸਰ ਨਹੀਂ ਆਇਆ ਤੇ ਉਹ ਕੀ ਕਰਦੇ ਨੇ, ਉਹ ਫਿਰ ਐਡ ਨੂੰ ਬਦਲ ਦੇਣਗੇ, ਮੀਡੀਆ ਨੂੰ ਬਦਲ ਦੇਣਗੇ, ਤਦ ਤੱਕ ਬਦਲਦੇ ਰਹਿਣਗੇ ਜਦ ਤੱਕ ਕਿ ਉਹਨਾਂ ਨੂੰ ਰਿਜ਼ਲਟ ਨਹੀਂ ਮਿਲ ਜਾਂਦਾ। ਇਹ ਹੈ ਮੈਸੇਜ। ਹੁਣ ਜਿਹੜਾ ਮੈਸੇਜ ਦੇਣ ਵਾਲਾ ਹੈ, ਕਿ ਆਮ ਆਦਮੀ ਮੈਸੇਜ ਦੇ ਸਕਦਾ ਹੈ? ਬਿਲਕੁਲ ਦੇ ਸਕਦਾ ਹੈ, ਪਰ ਉਹਦਾ ਅਸਰ ਨਹੀਂ ਹੋਏਗਾ। ਅਸਲੀ ਅਸਰ ਪੂਰੇ ਇਤਿਹਾਸ 'ਚ ਦੇਖ ਲਈ ਆਪਾਂ, ਉਹਨਾਂ ਦੇ ਕਹੇ ਦਾ ਅਸਰ ਹੋਇਆ ਹੈ, ਉਹਨਾਂ ਨੇ ਅਸਰ ਸੰਸਾਰ 'ਚ ਲੈ ਕੇ ਆਇਆ, ਜਿਨ੍ਹਾਂ ਨੇ ਉਸ ਮੈਸੇਜ ਨੂੰ ਅੱਗੇ ਲਿਜਾਣ ਦਾ, ਪ੍ਰਚਾਰ ਕਰਨ ਦਾ, ਪ੍ਰਸਾਰ ਕਰਨ ਦਾ ਮਿਸ਼ਨ ਬਣਾ ਲਿਆ ਹੋਵੇ, ਆਪਣਾ ਜੀਵਨ ਦਾ ਟੀਚਾ ਬਣਾ ਲਿਆ ਹੋਵੇ, ਆਪਣਾ ਮਕਸਦ ਬਣਾ ਲਿਆ ਹੋਵੇ, ਆਪਣਾ ਪਰਪਸ ਬਣਾ ਲਿਆ ਹੋਵੇ। ਜਦੋਂ ਮਿਸ਼ਨ ਮੈਸੇਜ ਨਾਲ ਜੁੜ ਜਾਂਦਾ ਹੈ, ਮੈਸੇਜ ਪਲੱਸ ਮਿਸ਼ਨ ਇੱਕ ਜ਼ਿੰਦਗੀ ਦਾ ਖਾਸ ਹਿੱਸਾ ਬਣ ਜਾਂਦੇ ਨੇ। ਇਹ ਖਾਸ ਤਾਂ ਇੱਕ ਪਾਸੇ ਰਿਹਾ, ਮੋਸਟ ਇੰਪੋਰਟੈਂਟ ਹਿੱਸਾ ਬਣ ਜਾਂਦੇ ਨੇ। ਫਿਰ ਇਨਸਾਨ ਲੱਭਦਾ ਹੈ ਕਿਹੜਾ ਮੈਥਡ ਚੂਜ਼ ਕੀਤਾ ਜਾਏ, ਕਿਹੜਾ ਤਰੀਕਾ ਚੂਜ਼ ਕੀਤਾ ਜਾਏ, ਜਿਹਦੇ ਨਾਲ ਇਹ ਜਿਹੜਾ ਮਿਸ਼ਨ ਹੈ, ਇਹ ਜਿਹੜਾ ਪਰਪਸ ਹੈ, ਉਹਨੂੰ ਪ੍ਰਾਪਤ ਕੀਤਾ ਜਾਏ। ਔਰ ਮਿਸ਼ਨ ਜਿਹੜਾ ਹੈ ਉਹ ਮੈਸੇਜ ਦੇ ਪ੍ਰਚਾਰ ਪ੍ਰਸਾਰ ਨਾਲ ਜੁੜਿਆ ਹੋਇਆ। ਮੁੱਕਦੀ ਗੱਲ, ਜਦ ਤੱਕ ਅਸੀਂ ਟਾਈਮ ਟੂ ਟਾਈਮ ਪੀਰੀਓਡਿਕਲੀ ਇਹ ਨਹੀਂ ਚੈੱਕ ਕਰਦੇ ਦੋ ਚੀਜ਼ਾਂ। ਪਹਿਲੀ ਗੱਲ ਇਹ ਕਿ ਜਿਹੜੀ ਚੀਜ਼ ਪਲਾਨ ਕੀਤੀ ਸੀਗੀ, ਉਸ ਪਲੈਨਿੰਗ ਦੇ ਮੁਤਾਬਿਕ ਕਿੰਨਾ ਕੁ ਕੰਮ ਹੋਇਆ, ਤੇ ਦੂਜੀ ਗੱਲ, ਜਿਹੜਾ ਕੰਮ ਹੋਇਆ ਕਿ ਉਹਨੇ ਪ੍ਰਸਾਰ ਦੀ ਜਿਹੜੀ ਸਾਡੀ ਟਾਰਗੇਟ ਸੀ, ਪ੍ਰਸਾਰ ਦਾ ਜਿਹੜਾ ਟੀਚਾ ਸੀ, ਉਹਨੂੰ ਪ੍ਰਾਪਤ ਕੀਤਾ ਨਹੀਂ ਕੀਤਾ। ਜਿਵੇਂ ਕੰਪਨੀਆਂ ਚੈੱਕ ਕਰਦੀਆਂ ਨੇ ਸਾਡੀ ਕਿੰਨੀ ਕੁ ਸੇਲ ਵਧੀ, ਕਿਹੜੇ ਕਿਹੜੇ ਪ੍ਰੋਡਕਟ ਦੀ ਸੇਲ ਵਧੀ, ਉਹ ਆਪਣੇ ਤਰੀਕੇ ਨਾਲ ਚੇਂਜ ਕਰਦੇ ਨੇ, ਚੈੱਕ ਕਰਦੇ ਨੇ, ਕਿਉਂਕਿ ਉਹਨਾਂ ਨੇ ਆਪਣੇ ਬਿਜ਼ਨਸ ਨੂੰ ਅੱਗੇ ਲੈ ਕੇ ਜਾਣਾ ਹੁੰਦਾ ਹੈ। ਔਰ ਬੜੀ ਤਤਪਰਤਾ ਦੇ ਨਾਲ ਮੈਂ ਦੇਖਿਆ, ਜਿੰਨੀ ਵੀ ਸੇਲਸ ਕਾਨਫਰੰਸਿਸ ਹੁੰਦੀਆਂ, ਮਾਰਕੀਟਿੰਗ ਕਾਨਫਰੰਸਿਸ ਹੁੰਦੀਆਂ, ਇੱਕ ਤੋਂ ਇੱਕ ਵੱਧ ਕੇ ਜਿਹੜੇ ਕੰਪਨੀਆਂ 'ਚ ਕੰਮ ਕਰ ਰਹੇ ਹੁੰਦੇ ਆ, ਪੂਰੀ ਤਤਪਰਤਾ ਨਾਲ, ਪੂਰੇ ਮੋਟੀਵੇਸ਼ਨ ਦੇ ਨਾਲ ਉਹ ਐਵੇਂ ਗੱਲ ਕਰ ਰਹੇ ਹੁੰਦੇ ਆ ਜਿਵੇਂ ਕਿਸੇ ਜੰਗੇ ਮੈਦਾਨ ਵਿੱਚ ਹੋਣ, ਤੇ ਉਹ ਤਾਂ ਸੰਸਾਰ ਲਈ ਕੰਮ ਕਰ ਰਹੇ ਹੁੰਦੇ ਆ। ਤੇ ਜਿਹਨੇ ਧਰਮ ਦੇ ਰਾਹ ਤੇ ਤੁਰਨਾ ਹੈ, ਉਹਦਾ ਤਾਂ ਅੰਦਾਜ਼ ਹੀ ਕੁਝ ਵੱਖਰਾ ਹੋਣਾ ਚਾਹੀਦਾ ਹੈ। ਔਰ ਇਸ ਦੀ ਸਭ ਤੋਂ ਵਧੀਆ ਜਿਹੜੀ ਸਾਡੇ ਸਾਹਮਣੇ ਐਗਜ਼ਾਮਪਲ ਹੈ, ਉਦਾਹਰਨ ਹੈ, ਉਹ ਹੈ ਗੁਰੂ ਨਾਨਕ ਪਾਤਸ਼ਾਹ। ਮੈਨੂੰ ਤਾਂ ਇੰਜ ਜਾਪਦਾ ਹੈ ਕਿ ਇਹ ਸਾਰੀ ਚੀਜ਼ਾਂ ਜਿਨ੍ਹਾਂ ਦਾ ਅੱਜ ਅਸੀਂ ਜ਼ਿਕਰ ਕਰ ਰਹੇ ਹਾਂ, ਗੁਰੂ ਨਾਨਕ ਪਾਤਸ਼ਾਹ ਤੋਂ ਵੱਧ ਕਿਹਨੇ ਪ੍ਰਚਾਰ ਕੀਤਾ ਹੋਏਗਾ? ਗੁਰੂ ਨਾਨਕ ਪਾਤਸ਼ਾਹ ਤੋਂ ਵੱਧ ਕਿਹਦਾ ਪ੍ਰਚਾਰ ਦਾ ਅਸਰ ਹੋਇਆ ਹੋਏਗਾ? ਪ੍ਰਚਾਰ ਦਾ ਮਤਲਬ ਹੈ ਐਫਰਟ, ਤੇ ਪ੍ਰਸਾਰ ਦਾ ਮਤਲਬ ਹੈ ਫੈਲਾ। ਗੁਰੂ ਨਾਨਕ ਪਾਤਸ਼ਾਹ ਜਿੱਥੇ ਜਿੱਥੇ ਪ੍ਰਚਾਰ ਕਰਨ ਗਏ, ਉੱਥੇ ਉੱਥੇ ਪ੍ਰਸਾਰ ਹੋ ਗਿਆ। ਤੇ ਇਹਨੂੰ ਮੱਦੇ ਨਜ਼ਰ ਰੱਖਦੇ ਹੋਏ, ਜੇਕਰ ਅਸੀਂ ਜਿਹੜੀ ਆਪਣੀ ਬੇਸ਼ਕੀਮਤੀ ਜ਼ਿੰਦਗੀ ਦਾ ਜੋ ਵੀ ਸਮਾਂ, ਜੋ ਵੀ ਐਫਰਟ ਲਾ ਰਹੇ ਹਾਂ, ਅੱਜ ਲੋੜ ਹੈ ਪੰਥ ਲਈ ਵੀ, ਨਿੱਜੀ ਤੌਰ ਤੇ ਵੀ ਸਾਨੂੰ ਇਹ ਸੋਚਣ ਦੀ, ਵਿਚਾਰਨ ਦੀ ਲੋੜ ਹੈ ਕਿ ਆਪਾਂ ਉਹਨੂੰ ਪਹਿਲੇ ਨਾਲੋਂ ਵਧੇਰੇ ਚੰਗਾ ਕਿਵੇਂ ਕਰ ਸਕਦੇ ਹਾਂ। ਚਲੋ ਆਓ ਆਪਾਂ ਲੈਨੇ ਆ ਪਹਿਲਾ ਐਮ। ਪਹਿਲਾ ਐਮ ਹੈ ਮੈਸੇਜ। ਹੁਣ ਜਦੋਂ ਮੈਂ ਮੈਸੇਜ ਸ਼ਬਦ ਵਰਤ ਰਿਹਾ ਹਾਂ, ਮੈਂ ਉਸ ਰੂਹਾਨੀ ਮੈਸੇਜ, ਉਸ ਰੂਹਾਨੀ ਸੁਨੇਹੇ ਨੂੰ ਸੰਬੋਧਿਤ ਕਰ ਰਹੇ ਹਾਂ, ਸਾਹਮਣੇ ਰੱਖ ਕੇ ਕਹਿ ਰਹੇ ਹਾਂ, ਜਿਹੜਾ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ 10ਵੇਂ ਜਾਮੇ ਤੱਕ, ਔਰ ਜਿੰਨੇ ਭਗਤ ਸੀ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਅੰਕਿਤ ਹੈ, ਮੈਂ ਉਸ ਸੁਨੇਹੇ ਦੀ ਗੱਲ ਕਰ ਰਿਹਾ ਹਾਂ। ਇਹ ਕੋਈ ਸੁਨੇਹਾ ਆਮ ਸੁਨੇਹਾ ਨਹੀਂ ਹੈ। ਮੈਨੂੰ ਲੱਗਦਾ ਹੈ ਕਿ ਪਹਿਲੀ ਗੱਲ ਇਹ ਹੈ ਕਿ ਇਸ ਸੁਨੇਹੇ ਨੂੰ ਕਿੰਨਾ ਕੁ ਅਸੀਂ ਅਹਿਮ ਸਮਝਦੇ ਹਾਂ। ਜਦੋਂ ਕਿਸੇ ਚੀਜ਼ ਦੀ ਅਹਿਮੀਅਤ ਸਮਝਣੀ ਹੋਏ ਤਾਂ ਉਹਦੇ 3 ਹਿੱਸੇ ਹੁੰਦੇ ਨੇ। ਪਹਿਲਾਂ ਉਸ ਜਿਹੜਾ ਸੁਨੇਹਾ ਹੈ, ਜਿਹੜਾ ਮੈਸੇਜ ਹੈ, ਉਹਦੀ ਸਮਝ ਆ ਜਾਏ, ਤੇ ਦੂਜੀ ਉਸ ਪ੍ਰਤੀ ਪਿਆਰ, ਸਮਰਪਣ, ਡੈਡੀਕੇਸ਼ਨ, ਭਰੋਸਾ ਪੈਦਾ ਹੋ ਜਾਏ, ਤੇ ਤੀਸਰਾ
ਇਹਨਾਂ ਦੋਹਾਂ ਕਰਕੇ ਦਿਲ ਦੇ ਵਿੱਚ ਇੱਕ ਜਜ਼ਬਾ ਪੈਦਾ ਹੋ ਜਾਏ ਕਿ ਆ ਜਿਹੜਾ ਸੁਨਹਿਰੀ ਸੁਨੇਹਾ ਹੈ ਇਹਨੂੰ ਮੈਂ ਅੱਗੇ ਲੈ ਕੇ ਜਾਣਾ ਹੈ। ਫਿਰ ਬੇਨਤੀ ਕਰ ਦਵਾਂ ਕਿ ਜੇਕਰ ਸਭ ਤੋਂ ਪਹਿਲਾਂ ਸ਼ੁਰੂਆਤੀ ਤੌਰ ਤੇ ਨੰਬਰ 1 ਪੁਆਇੰਟ, ਜੇਕਰ ਸਾਨੂੰ 100% ਇਹ ਵਿਸ਼ਵਾਸ ਹੋ ਜਾਏ ਕਿ ਜਿਸ ਸੁਨੇਹੇ ਦੀ ਅਸੀਂ ਗੱਲ ਕਰ ਰਹੇ ਹਾਂ, ਜਿਸ ਮੈਸੇਜ ਦੀ ਅਸੀਂ ਗੱਲ ਕਰ ਰਹੇ ਹਾਂ, ਇਹ ਖਾਸ ਹੈ, ਬੜਾ ਸਪੈਸ਼ਲ ਹੈ, ਔਰ ਇਹ ਜਿਹੜਾ ਸਪੈਸ਼ਲ ਮੈਸੇਜ ਹੈ, ਇਸ ਮੈਸੇਜ ਦੇ ਪ੍ਰਤੀ ਜਦੋਂ ਅਸੀਂ ਇਹਦੀ ਖਾਸੀਅਤ ਸਮਝ ਲਈਏ, ਜਦ ਇਸ ਮੈਸੇਜ ਦੀ ਅਹਿਮੀਅਤ ਨੂੰ ਸਮਝ ਲਈਏ, ਤੇ ਦਿਲ ਦੇ ਵਿੱਚ ਉਹ ਸ਼ਰਧਾ, ਉਹ ਪਿਆਰ, ਉਹ ਡੈਡੀਕੇਸ਼ਨ, ਉਹ ਸਮਰਪਣ ਦੋਨੋਂ ਆ ਜਾਣ। ਇਹਦਾ ਮਤਲਬ ਇਹ ਹੋਇਆ ਕਿ ਇਸ ਸੁਨੇਹੇ ਪ੍ਰਤੀ, ਇਸ ਮੈਸੇਜ ਪ੍ਰਤੀ, ਇਸ ਅਗਵਾਈ ਪ੍ਰਤੀ, ਇਸ ਜੀਵਨ ਜਾਚ ਪ੍ਰਤੀ, ਇਸ ਗੁਰਬਾਣੀ ਪ੍ਰਤੀ ਦੋ ਚੀਜ਼ਾਂ ਸਾਡੇ ਕੋਲ ਜ਼ਰੂਰ ਹੋਣ। ਇੱਕ ਨੂੰ ਆਪਾਂ ਆਮ ਭਾਸ਼ਾ ਵਿੱਚ ਗਿਆਨ ਕਹਿੰਦੇ ਆ ਤੇ ਦੂਜੇ ਨੂੰ ਸ਼ਰਧਾ ਕਹਿੰਦੇ ਆ। ਹੱਥ ਜੋੜ ਬੇਨਤੀ ਕਰਾਂ, ਦੋਹਾਂ ਦੇ ਸੁਮੇਲ ਤੋਂ ਬਿਨਾਂ ਪ੍ਰਸਾਰ ਨਹੀਂ ਹੋ ਸਕਦਾ। ਸ਼ਾਇਦ ਪ੍ਰਚਾਰ ਜ਼ਰੂਰ ਹੋ ਜਾਏ, ਪ੍ਰਚਾਰ ਤਾਂ ਗਿਆਨ ਨਾਲ ਵੀ ਕੀਤਾ ਜਾ ਸਕਦਾ ਹੈ, ਲੇਕਿਨ ਪ੍ਰਸਾਰ ਹਮੇਸ਼ਾ ਹੀ ਮੁੜ ਬੇਨਤੀ ਕਰ ਦਵਾਂ, ਪ੍ਰਸਾਰ ਹਮੇਸ਼ਾ ਹੀ ਸ਼ਰਧਾ ਨਾਲ ਹੁੰਦਾ ਹੈ। ਜਦੋਂ ਤੱਕ ਮਨ ਵਿੱਚ ਸ਼ਰਧਾ ਨਾ ਹੋਵੇ, ਤੁਸੀਂ ਦੇਖੋ ਕਿ ਦੁਨੀਆ ਦੇ ਜਿੰਨੇ ਬਦਲਾਵ ਨੇ, ਦੁਨੀਆ ਦੀ ਹਰ ਪ੍ਰੋਡਕਟ ਜੋ ਖਰੀਦਿਆ ਜਾਂਦਾ ਹੈ ਉਹ ਇਮੋਸ਼ਨਲ ਹੈ, ਭਾਵਨਾਤਮਕ ਹੈ। ਜਦੋਂ ਤੱਕ ਜਿਸ ਗਿਆਨ ਦੀ ਅਸੀਂ ਗੱਲ ਕਰ ਰਹੇ ਹਾਂ, ਜਿਸ ਗੁਰਬਾਣੀ ਦੀ ਅਸੀਂ ਗੱਲ ਕਰ ਰਹੇ ਹਾਂ, ਜਿਸ ਬਾਣੀ ਨੂੰ ਅਸੀਂ ਰੱਬ ਦਾ ਰੂਪ ਮੰਨਦੇ ਹਾਂ, ਜਿਸ ਬਾਣੀ ਨੂੰ ਅਸੀਂ ਗੁਰੂ ਦਾ ਰੂਪ ਮੰਨਦੇ ਹਾਂ, ਤੇ ਕਮਾਲ ਦੀ ਗੱਲ ਹੈ, ਜੇ ਅਸੀਂ ਰੱਬ ਬਾਣੀ ਨੂੰ ਮੰਨਦੇ ਹਾਂ, ਵਾਹ ਵਾਹ ਬਾਣੀ ਨਿਰੰਕਾਰ ਹੈ। ਜੇ ਅਸੀਂ ਬਾਣੀ ਨੂੰ ਕਹਿੰਦੇ ਹਾਂ ਵੀ ਬਾਣੀ ਹੀ ਗੁਰੂ ਹੈ, ਬਾਣੀ ਗੁਰੂ, ਗੁਰੂ ਹੈ ਬਾਣੀ, ਇਹ ਦੋ ਕਮਾਲ ਦੀਆਂ ਚੀਜ਼ਾਂ ਜੇ ਵਾਕਈ ਹੀ ਸਿਰਫ ਦਿਮਾਗ ਵਿੱਚ ਨਾ ਰਹਿ ਕੇ ਸਾਡੇ ਹਿਰਦੇ ਦੇ ਕਿਸੇ ਕੋਨੇ 'ਚ ਅੰਸ਼ ਮਾਤਰ ਵੀ ਇਹ ਸਮਝ ਆ ਜਾਏ ਕਿ ਅਸੀਂ ਕੀ ਪੜ੍ਹ ਰਹੇ ਹਾਂ, ਕੀ ਸਮਝ ਰਹੇ ਹਾਂ, ਸਾਡੀ ਗੱਲ ਕਿਹਦੇ ਨਾਲ ਹੋ ਰਹੀ ਹੈ, ਕਿਹਦੇ ਨਾਲ ਹੋ ਰਹੀ ਹੈ? ਰੱਬ ਨਾਲ ਹੋ ਰਹੀ ਹੈ, ਪਰਮਾਤਮਾ ਨਾਲ ਹੋ ਰਹੀ ਹੈ। ਸੱਚ ਜਾਣਿਓ, ਹਿਰਦੇ 'ਚ ਕੋਈ ਤਾਂ ਬਦਲਾਵ ਆਏਗਾ। ਜੇਕਰ ਇਹ ਜਿਹਾ ਪਿਆਰਾ ਅਸਰ ਸਾਡੇ ਉੱਤੇ ਹੋ ਜਾਏ। ਦੁਬਾਰਾ ਇੱਕ ਹੋਰ ਬੇਨਤੀ ਕਰ ਦਵਾਂ, ਹਰ ਪ੍ਰਚਾਰ, ਹਰ ਪ੍ਰਸਾਰ ਕਰਨ ਵਾਲਾ ਪਹਿਲਾਂ ਉਸ ਸੁਨੇਹੇ ਰਾਹੀਂ ਆਪਣੇ ਆਪ ਨੂੰ ਸੰਬੋਧਿਤ ਕਰ ਰਿਹਾ ਹੁੰਦਾ ਹੈ, ਭਾਵੇਂ ਉਹ ਕਥਾਵਾਚਕ ਹੋਵੇ, ਭਾਵੇਂ ਕੀਰਤਨ ਕਰ ਰਿਹਾ ਹੋਵੇ, ਭਾਵੇਂ ਕੁਝ ਵੀ ਕਰ ਰਿਹਾ ਹੋਵੇ। ਆਪਾਂ ਜੋ ਕੁਝ ਵੀ ਕਰਾਂਗੇ ਪਹਿਲਾਂ ਆਪਣੇ ਆਪ ਨੂੰ ਮੁਖਾਤਿਬ ਕਰ ਰਹੇ ਹਾਂ। ਇਸ ਕਰਕੇ ਇੱਕ ਹੋਰ ਫਾਇਦਾ ਇਹ ਹੈ ਕਿ ਜਦੋਂ ਇਹ ਸਾਰੇ ਕੰਮ ਵਿੱਚ ਆਪਾਂ ਜੁੜਦੇ ਹਾਂ, ਸਭ ਤੋਂ ਪਹਿਲਾ ਫਾਇਦਾ ਸਾਨੂੰ ਆਪ ਨੂੰ ਹੈ। ਤੇ ਫਰੀਦ ਸਾਹਿਬ ਜਿਹੜਾ ਕਹਿੰਦੇ ਨਾ, ਆਪ ਸਵਾਰੇ, ਕਿਉਂਕਿ ਬਿਨਾ ਆਪਣਾ ਸਵਾਰੇ ਕੁਝ ਨਹੀਂ ਸਵਰਨਾ। ਇਹ ਜਿਹੜੀ ਦੁਰਲਭ ਦੇ ਹੈ, ਜੇ ਇਹਨੂੰ ਠੀਕ ਠਾਕ ਕਰਨ ਲਈ, ਇਹਨੂੰ ਲਾਹੇ ਲਾਉਣ ਲਈ ਕੁਝ ਕਰਨਾ ਹੈ, ਤੇ ਸਭ ਤੋਂ ਪਹਿਲਾਂ ਤਾਂ ਸਾਡਾ ਸੁਧਾਰ ਹੋਵੇ। ਤੇ ਇੱਕ ਗੱਲ ਹੈ, ਗਾਹੇ ਬਗਾਹੇ ਆਪਾਂ ਕਹਿੰਦੇ ਜੀਵਨ ਜਾਂਚ ਹੈ। ਦੂਜੀ ਗੱਲ ਹੈ, ਆਪਾਂ ਸਾਰਿਆਂ ਨੇ ਸੁਣਿਆ, ਆਪਾਂ ਸਾਰੇ ਜਾਣਦੇ ਹਾਂ, ਆਪਾਂ ਇਹ ਵੀ ਕਹਿੰਦੇ ਹੁੰਦੇ ਆ ਕਿ the best way to learn is to teach। ਹੁਣ ਜੇ ਮੈਂ ਕਿਸੇ ਨੂੰ ਕੁਝ ਗੱਲ ਕਹਿਣੀ ਹੈ, ਤੇ ਜਦੋਂ ਕਹਿਣ ਲੱਗਦਾ ਹੈ ਤੇ ਸ਼ਾਇਦ ਸਾਡੀ ਜਿਹੜੀ ਕਲੈਰਿਟੀ ਹੈ ਉਸ ਗੱਲ ਪ੍ਰਤੀ ਥੋੜੀ ਜਿਹੀ ਵੱਧ ਹੋ ਜਾਂਦੀ ਹੈ। ਤੇ ਮੈਨੂੰ ਲੱਗਦਾ ਵੀ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਪ੍ਰਚਾਰ ਕਰਨ ਵਾਲੇ ਦਾ ਗੁਰਬਾਣੀ ਨਾਲ ਕਿੰਨਾ ਕੁ ਪਿਆਰ ਹੈ। ਮੈਨੂੰ ਲੱਗਦਾ ਹੈ ਸਾਨੂੰ ਸਾਰਿਆਂ ਨੂੰ, ਮੈਨੂੰ ਤਾਂ ਖਾਸ ਕਰਕੇ ਗੁਰਬਾਣੀ ਪ੍ਰਤੀ ਸਾਡਾ ਪਿਆਰ ਵੱਧ ਜਾਏ। ਜਦੋਂ ਪਿਆਰ ਵਧੇਗਾ ਤੇ ਜ਼ਰੂਰ ਸਾਡੇ ਮਨ ਤੇ ਅਸਰ ਹੋਏਗਾ। ਦਿਮਾਗ ਤੇ ਅਸਰ ਹੋਣਾ ਬਹੁਤ ਆਰਾਮ ਨਾਲ ਹੋ ਜਾਂਦਾ ਹੈ। ਜਦੋਂ ਦੇਖੋ, ਸਭ ਤੋਂ ਪਹਿਲਾਂ ਜਦੋਂ ਅਸੀਂ ਕੋਈ ਵੀ ਵੀਰ ਭੈਣ ਕਿਸੇ ਵੀ ਰੂਪ ਦੇ ਵਿੱਚ ਜੇ ਸਿੱਖ ਮਿਸ਼ਨਰੀ ਕਾਲਜ ਨਾਲ ਜੁੜਦਾ ਹੈ, ਤੇ ਗਿਆਨ ਦੇ ਜਿਹੜੇ ਗਿਆਨ ਅੰਜਨ ਤਾਂ ਪੈਂਦਾ ਹੀ ਹੈ ਨਾ ਜੀ। ਭਾਵੇਂ ਉਹ 2 ਸਾਲਾ ਪੱਤਰ ਵਿਹਾਰ ਕੋਰਸ ਹੋਵੇ, ਭਾਵੇਂ ਸਿੱਖ ਫੁਲਵਾੜੀ ਹੋਵੇ, ਭਾਵੇਂ ਗੁਰਮਤਿ ਕਲਾਸਾਂ ਹੋਣ, ਉਹਨਾਂ ਰਾਹੀਂ ਗੁਰਬਾਣੀ ਦਾ ਗਿਆਨ ਕਿਤੇ ਨਾ ਕਿਤੇ, ਕਿਸੇ ਨਾ ਕਿਸੇ ਰੂਪ ਵਿੱਚ ਸਾਡੇ ਕੋਲ ਪਹੁੰਚਦਾ ਹੈ, ਤੇ ਸਾਨੂੰ ਥੋੜਾ ਜਿਹਾ ਪਤਾ ਲੱਗਦਾ ਹੈ ਕਿ ਕੀ ਗੁਰਬਾਣੀ ਹੈ ਤੇ ਕੀ ਨਹੀਂ ਹੈ। ਹੱਥ ਜੋੜ ਬੇਨਤੀ ਕਰਾਂ, ਉਹ ਕੇਵਲ ਗਿਆਨ ਵਾਲੇ ਪਾਸੇ ਤੁਰਦੇ ਹਾਂ ਆਪਾਂ। ਉਹ ਪਹਿਲਾ ਸਟੈਪ ਹੈ। ਉਹਦੇ ਵਿੱਚ ਮੈਨੂੰ ਲੱਗਦਾ ਹੈ
कि बहुत वधिया तरीके नाल ਜਿਹੜੀ ਸਾਡੀਆਂ ਸਾਰੀਆਂ ਪ੍ਰਾਪਤੀਆਂ ਨੇ ਅਜੇ ਤੱਕ ਰਹੀਆਂ ਨੇ। ਇੱਕ ਜਿੰਨੇ ਵੀਰ ਭੈਣ ਇਸ ਟਾਈਮ ਲਾਈਨ ਤੇ ਨੇ ਉਹ ਜਾਣਦੇ ਨੇ ਕਿ ਜਿਹੜਾ ਵੀ ਇਸ ਫਿਲਾਸਫੀ ਤੋਂ ਪ੍ਰਭਾਵਿਤ ਹੋਇਆ ਉਹਦੇ ਮਨ 'ਚ ਇਹ ਚਾਹ ਤਾਂ ਜ਼ਰੂਰ ਪੈਦਾ ਹੁੰਦਾ ਹੈ ਵੀ ਇਹਦਾ ਪ੍ਰਚਾਰ ਕੀਤਾ ਜਾਵੇ। ਉਹ ਸੁਭਾਵਿਕ ਹੈ। ਇਹਦੇ ਨਾਲ ਨਾਲ ਤੁਸੀਂ ਇਹ ਵੀ ਵੇਖਿਆ ਹੋਏਗਾ ਕਿ ਜਿੰਨੀਆਂ ਵੀ ਅਸਰ ਦੀਆਂ ਐਗਜ਼ਾਮਪਲਾਂ ਕਾਲਜ ਵਿੱਚ ਜਾਂ ਕਾਲਜ ਤੋਂ ਬਾਹਰ ਮਿਲਦੀਆਂ ਨੇ ਉਹ ਸਾਰੀਆਂ ਦੀਆਂ ਸਾਰੀਆਂ ਇਮੋਸ਼ਨਲ ਅਟੈਚਮੈਂਟ ਨਾਲ ਹੈ। ਜਦੋਂ ਅਸੀਂ ਇਮੋਸ਼ਨਲੀ ਅਟੈਚ ਹੋਏ ਤੇ ਕੀਤਾ ਤੇ ਠੀਕ ਇਸੇ ਤਰੀਕੇ ਨਾਲ ਜਿਸ ਤਰੀਕੇ ਨਾਲ ਪੁਰਾਤਨ ਜ਼ਮਾਨੇ ਤੋਂ ਪੁਰਾਣੇ ਸਮੇਂ ਤੋਂ ਪਿਛਲੇ ਬਹੁਤ ਸਾਰੇ ਸਮੇਂ ਤੋਂ ਸਿੱਖ ਮਿਸ਼ਨਰੀ ਕਾਲਜ ਨੇ ਜੋ ਪ੍ਰਾਪਤੀਆਂ ਕੀਤੀਆਂ ਨੇ ਉਹਨਾਂ ਦੇ ਵਿੱਚ ਗਿਆਨ ਔਰ ਸ਼ਰਧਾ ਦਾ ਜੋ ਸੁਮੇਲ ਸੀਗਾ ਉਹਨੂੰ ਹੋਰ ਵਧੇਰੇ ਕਰਨ ਦੀ, ਖਾਸ ਕਰਕੇ ਗਿਆਨ ਤੋਂ ਬਾਅਦ ਸਾਡਾ ਕਿਸੇ ਰੂਪ ਵਿੱਚ ਸ਼ਰਧਾ ਨਾ ਘਟ ਜਾਏ। ਮੇਰੀ ਆਪਣੀ ਆਬਜ਼ਰਵੇਸ਼ਨ ਰਹੀ ਹੈ ਜਿਨ੍ਹਾਂ ਨਾਲ ਮੈਂ ਵਿਚਰੇ ਹਾਂ ਜਾਂ ਨਿੱਜੀ ਤੌਰ ਤੇ ਕਿ ਪਹਿਲੀ ਗੱਲ ਕਈ ਵਾਰੀ ਗਿਆਨ ਸਾਡੇ ਸ਼ਰਧਾ ਦੇ ਭਾਂਡੇ ਨੂੰ, ਕਿਉਂਕਿ ਗੁਰੂ ਸਾਹਿਬ ਕਹਿੰਦੇ ਹੈ ਕਿ ਗਾਵੀ ਹੈ ਸੁਣਿਆ ਮਨ ਰੱਖੀਏ ਭਾਉ। ਗੁਰਬਾਣੀ ਮੁਬਾਰਕ ਹੈ, ਗੁਰਬਾਣੀ ਦੀ ਸਮਝ ਮੁਬਾਰਕ ਹੈ, ਲੇਕਿਨ ਜਿਸ ਪਿਆਰ ਦੇ ਭਾਂਡੇ ਵਿੱਚ ਇਹਨੇ ਜਾਣਾ ਹੈ ਉੱਥੇ ਸ਼ਰਧਾ ਹੋਣੀ ਹੀ ਚਾਹੀਦੀ ਹੈ। ਵੈਸੇ ਤਾਂ ਨਾ ਜੀ ਕਮਾਲ ਦੀ ਗੱਲ ਹੈ ਕਿਸੇ ਨੂੰ ਗੁਰੂ ਗ੍ਰੰਥ ਸਾਹਿਬ ਪੜ੍ਹਨਾ ਆਂਦਾ ਹੋਵੇ ਨਾ ਆਂਦਾ ਹੋਏ, ਸਮਝ ਆਂਦਾ ਹੋਏ ਜਾਂ ਨਾ ਹੁੰਦਾ ਹੋਏ, ਜੇ ਕਿਸੇ ਰੂਪ ਵਿੱਚ ਉਹ ਸਿੱਖੀ ਨਾਲ ਜੁੜਿਆ ਹੈ ਭਾਵੇਂ ਜਨਮ ਕਰਕੇ ਹੀ ਜੁੜਿਆ ਹੈ, ਤੁਸੀਂ ਦੇਖਣਾ ਵੀ ਘੱਟੋ ਘੱਟ ਉਹ ਨਤਮਸਤਕ ਤਾਂ ਜ਼ਰੂਰ ਹੁੰਦਾ ਹੈ ਤੇ ਸ਼ਰਧਾ ਭਾਵ ਤਾਂ ਕਿਤੇ ਨਾ ਕਿਤੇ ਬੈਠੀ ਹੈ। ਲੇਕਿਨ ਜੇ ਸਮੂਏਲ ਹੋ ਜਾਏ ਸ਼ਰਧਾ ਤੇ ਗਿਆਨ ਦਾ ਤੇ ਕਮਾਲ ਹੋ ਜਾਏਗਾ। ਤੇ ਇਹਦਾ ਮਤਲਬ ਇਹ ਹੈ ਕਿ ਮੈਸੇਜ ਕਰਨ ਵਾਲੇ ਨੂੰ ਦੋਨਾਂ ਚੀਜ਼ਾਂ ਜੇ ਉਹਦੇ ਕੋਲ ਹੋਣ, ਉਹਦੇ ਦਿਮਾਗ ਦੇ ਵਿੱਚ, ਉਹਦੇ ਮਨ ਵਿੱਚ ਤੇ ਉਹਦੀ ਜ਼ਿੰਦਗੀ ਦੇ ਵਿੱਚ, ਤਿੰਨੋਂ ਜਗ੍ਹਾ ਜੇ ਗੁਰਬਾਣੀ ਪਹੁੰਚ ਜਾਏ, ਕਿਉਂਕਿ ਗੁਰਬਾਣੀ ਦਾ ਇਹੀ ਤਾਂ ਸੰਦੇਸ਼ ਹੈ ਨਾ ਜੀ, ਗੁਰਬਾਣੀ ਬਣੀ ਹੈ। ਜੇ ਜਿਵੇਂ ਕਿ ਆਪ ਜੀ ਸਕਰੀਨ ਤੇ ਦੇਖ ਰਹੇ ਹੋ, ਪਹਿਲੀ ਗੱਲ ਹੈ ਕਿ ਇਹ ਸੁਨੇਹਾ ਹੈ, ਮੈਸੇਜ ਕਿਉਂ ਅਹਿਮ ਹੈ, ਬਾਰ-ਬਾਰ ਅਸੀਂ ਆਪਣੇ ਆਪ ਨਾਲ ਗੱਲ ਕਰੀਏ। Why it is important? Is it important for me as a person? दूसरा, ਸਾਡੇ ਲਈ ਸੁਨੇਹਾ ਮੈਸੇਜ ਕਿਉਂ ਜ਼ਰੂਰੀ ਹੈ? ਨਿੱਜੀ ਤੌਰ ਤੇ ਕੀ ਫਾਇਦਾ ਹੈ, ਕੀ ਮਿਲੇਗਾ ਮੈਨੂੰ ਇਹਦੇ ਨਾਲ? Am I clear about it? ਕਿੰਨੀ ਕੁ ਕਮਿਟਮੈਂਟ ਹੈ ਮੇਰੀ ਗੁਰਬਾਣੀ ਪ੍ਰਤੀ? ਤੇ ਇਹ ਗੱਲ ਵੀ ਇੱਕ ਕਲੀਅਰ ਹੋ ਜਾਏ, ਜੇ ਮੇਰਾ ਫਾਇਦਾ ਕਰੇਗੀ ਤੇ ਦੂਜੇ ਦਾ ਫਾਇਦਾ ਵੀ ਕਰੇਗੀ। ਤੇ ਜਿਹੜੇ ਜਿਹੜੇ ਫਾਇਦੇ ਸਾਨੂੰ ਗੁਰਬਾਣੀ ਤੋਂ ਮਿਲੇ ਨੇ, ਦੇਖੋ ਦੋ ਤਰ੍ਹਾਂ ਦੇ ਫਾਇਦੇ ਹੁੰਦੇ ਨੇ। ਇੱਕ ਫਾਇਦਾ ਸਾਨੂੰ ਹੁੰਦਾ ਹੈ ਗੁਰਬਾਣੀ ਨਾਲ ਜੁੜਨ ਨਾਲ, ਤੇ ਦੂਜਾ ਫਾਇਦਾ ਹੁੰਦਾ ਹੈ ਜਿਹੜੇ ਗੁਰਬਾਣੀ ਨਾਲ ਜੁੜੇ ਆ ਉਹਨਾਂ ਨਾਲ ਜੁੜਨ ਨਾਲ। ਤੁਸੀਂ ਜਾਣਦੇ ਹੋ ਕਿ ਜਿਹੜੇ ਵੀਰ ਗੁਰਬਾਣੀ ਨਾਲ ਜੁੜ ਕੇ ਕੰਮ ਕਰਦੇ ਨੇ, ਤੇ ਮੰਨ ਲਓ ਤੁਸੀਂ ਸਿੱਖ ਮਿਸ਼ਨਰੀ ਕਾਲਜ ਵਿੱਚ ਆਏ, ਜਿਵੇਂ ਆਪਾਂ ਸਾਰੇ ਹੀ ਆਉਂਦੇ ਨੇ, ਤੇ ਪਹਿਲੀ ਗੱਲ ਜਿਸ ਵੀਰ ਨੂੰ ਵੀ ਇਹ ਲੱਗਿਆ ਕਿ ਸਿੱਖ ਮਿਸ਼ਨਰੀ ਕਾਲਜ ਆਉਣ ਤੋਂ ਬਾਅਦ ਮੇਰੀ ਬਾਹਾਂ ਦੀ ਗਿਣਤੀ ਵੱਧ ਗਈ, ਮੇਰੇ ਨਾਲ ਖੜੇ ਹੋਣ ਵਾਲਿਆਂ ਦੀ ਗਿਣਤੀ ਵੱਧ ਗਈ, ਤਾਂ ਆਪਣੇ ਆਪ ਨੂੰ ਪਹਿਲੇ ਨਾਲੋਂ ਚੰਗਾ ਮਹਿਸੂਸ ਕਰਦਾ ਹੈ। ਜੇ ਇਹ ਅਹਿਸਾਸ ਨਹੀਂ ਆਇਆ ਕਿ ਮੇਰੇ ਜਾਣਨ ਵਾਲਿਆਂ 'ਚ, ਮੇਰਾ ਧਿਆਨ ਰੱਖਣ ਵਾਲਿਆਂ ਦੀ ਗਿਣਤੀ ਨਹੀਂ ਵਧੀ ਹੈ, ਤੇ ਉਹ ਫਿਰ ਗੱਲ ਨਹੀਂ ਬਣਦੀ। ਇਸ ਕਰਕੇ ਜਦੋਂ ਮੈਨੂੰ ਇਹ ਲੱਗੇ ਨਿੱਜੀ ਤੌਰ ਦੇ ਉੱਤੇ ਕਿ ਇਸ ਸੁਨੇਹੇ ਦੀ ਜ਼ਰੂਰਤ ਦੂਜਿਆਂ ਨੂੰ ਵੀ ਹੋਣੀ ਹੈ ਜਿੰਨੀ ਮੈਨੂੰ ਹੈ, ਤੇ ਫਿਰ ਉਹ ਪਿਆਰ ਦਾ ਜਿਹੜਾ ਜੱਫਾ ਹੈ, ਪਿਆਰ ਦੀ ਜਿਹੜੀ ਬੌਂਡਿੰਗ ਹੈ, ਉਹ ਅੱਗੇ ਤੁਰਦੀ ਹੈ। ਦੂਸਰੀ ਗੱਲ, ਐਸਾ ਕਰਦੇ ਹੋਏ ਅਸੀਂ, ਮੇਰੀ ਜਿਹੜੀ ਗੁਰਬਾਣੀ ਦੀ ਜਾਣਕਾਰੀ ਹੈ ਤੁਹਾਡੇ ਸਾਰਿਆਂ ਨਾਲੋਂ ਜਿੰਨੇ ਵੀ ਨੇ, ਮੈਂ ਬਹੁਤ ਘੱਟ ਗੁਰਬਾਣੀ ਦੀ ਜਾਣਕਾਰੀ ਰੱਖਦਾ ਹਾਂ। ਰੱਖਣੀ ਚਾਹੀਦੀ ਹੈ ਬਹੁਤ ਜ਼ਿਆਦਾ, ਬਟ ਕਈ ਵਾਰੀ ਇਹ ਹੁੰਦਾ ਵੀ ਮੈਨੂੰ ਕੁਝ ਤੁਕਾਂ ਰਾਹੀਂ ਐਵੇਂ ਲੱਗਦਾ ਹੈ ਕਿ ਉਸ ਤੁਕਾਂ ਦੇ ਵਿੱਚ ਸਾਰਾ ਗੁਰੂ ਗ੍ਰੰਥ ਸਾਹਿਬ ਦਾ ਸਾਰ ਆ ਗਿਆ, ਤੇ ਕੁਝ ਤੁਕਾਂ ਮੈਨੂੰ ਜ਼ਿਆਦਾ ਇੰਪ੍ਰੈਸ ਕਰਦੀਆਂ ਨੇ, ਜ਼ਿਆਦਾ ਪ੍ਰਭਾਵਿਤ ਕਰਦੀਆਂ ਨੇ। ਕਈ ਤੇ ਵਾਰੀ ਤਾਂ ਮੈਨੂੰ ਐਵੇਂ ਲੱਗਦਾ ਵੀ ਅੱਜ ਇਹ ਚਾਰ ਤੁਕਾਂ ਹੀ ਸਮਝ ਆ ਜਾਣ ਤੇ ਜ਼ਿੰਦਗੀ ਬਣ ਜਾਏਗੀ। ਇਹੀ ਜਿਹੀਆਂ ਬਹੁਤ ਸਾਰੀਆਂ ਗੁਰੂ ਗ੍ਰੰਥ ਸਾਹਿਬ ਦੀ ਅਗਵਾਈਆਂ, ਇਹੀ ਤਾਂ ਵਿਲੱਖਣਤਾ ਗੁਰੂ ਗ੍ਰੰਥ ਸਾਹਿਬ ਦੀ, ਬਈ ਇੱਕ ਵਿਚਾਰ ਜਿਹੜਾ ਜ਼ਿੰਦਗੀ ਬਦਲਣ, ਜ਼ਿੰਦਗੀ ਸੁਧਾਰਨ ਔਰ ਰਾਹੇ ਪਾਉਣ ਦੇ ਕਾਬਲ ਹੈ।
ਇਹਦੀ ਸਾਂਝ ਕਰਨੀ ਬਹੁਤ ਜ਼ਰੂਰੀ ਹੈ। ਤੇ ਜਿਹੜੇ ਇਹ ਸੁਨਹਿਰੀ ਸਿਧਾਂਤ ਨੇ ਇਸ ਸਿੱਖੀ ਦੇ ਗੁਰਬਾਣੀ ਦੇ ਰੂਪ ਵਿੱਚ, ਉਹਨਾਂ ਦੀ ਕੁਛ ਨਾ ਕੁਛ ਜਾਣਕਾਰੀ ਸਾਨੂੰ ਹੋਣੀ ਅਤ ਲਾਜ਼ਮੀ ਹੈ। ਅਜੇ ਅਸੀਂ ਸਿਰਫ ਸੁਨੇਹੇ ਦੀ ਗੱਲ ਕਰ ਰਹੇ ਹਾਂ, ਤੇ ਇਸ ਸੁਨੇਹੇ ਨੂੰ ਅਸੀਂ ਆਪਣੀ ਜ਼ਿੰਦਗੀ 'ਚ ਕਿਵੇਂ ਅਪਣਾ ਸਕਦੇ ਹਾਂ ਔਰ ਕਿਵੇਂ ਫਾਇਦਾ ਲੈ ਸਕਦੇ ਹਾਂ। ਪਹਿਲੀ ਵਿਚਾਰਗਤ ਚੀਜ਼ ਜਿਹੜੀ ਹੈ, ਸੋਚਣਯੋਗ ਜਿਹੜੀ ਚੀਜ਼ ਹੈ, ਆਹੀ ਹੈ ਕਿ ਆ ਜਿਹੜਾ ਮੈਸੇਜ ਹੈ, ਸਭ ਤੋਂ ਵੱਡੀ ਚੀਜ਼ ਪ੍ਰਚਾਰ ਪ੍ਰਸਾਰ ਦੇ ਵਿੱਚ ਮੈਸੇਜ ਹੀ ਹੈ, ਗੁਰਬਾਣੀ ਹੀ ਹੈ, ਗੁਰਬਾਣੀ ਦੀ ਸਮਝ ਹੀ ਹੈ, ਗੁਰਬਾਣੀ ਨਾਲ ਸਾਂਝ ਹੀ ਹੈ। ਤੇ ਬਾਰ-ਬਾਰ ਜਦੋਂ ਗੁਰਬਾਣੀ ਕਹਿੰਦੇ ਸਾਂਝ ਕਰੀ ਜੇ ਗੁਣਾ ਕੇਰੀ, ਤੇ ਗੁਰਬਾਣੀ ਤੋਂ ਵੱਡਾ ਗੁਣ ਕਿਹੜਾ ਹੈ? ਆਪਾਂ ਜਿੰਨੀ ਜ਼ਿਆਦਾ ਹੋ ਸਕੇ ਗੁਰਬਾਣੀ ਨਾਲ ਸਾਂਝ ਰੱਖੀਏ, ਤੇ ਜਦੋਂ ਸਾਂਝ ਬਣੇਗੀ, ਸਾਡੀ ਸਾਂਝ ਜੇ ਬਣ ਜਾਏ, ਤੇ ਫਿਰ ਉਹ ਸਾਂਝ ਨੂੰ ਸਾਂਝ ਕਰਨਾ ਜਿਹੜਾ ਹੈਗਾ ਸੌਖਾ ਹੁੰਦਾ ਹੈ। ਤੇ ਪਹਿਲਾ ਜਿਹੜਾ ਇਹ ਛੋਟਾ ਜਿਹਾ ਇੰਪੋਰਟੈਂਟ ਸੰਦੇਸ਼ ਇਹੀ ਹੈ ਕਿ ਪਹਿਲਾਂ ਸਭ ਤੋਂ ਇੰਪੋਰਟੈਂਟ ਪਹਿਲਾਂ ਹੈ ਮੈਸੇਜ ਹੈ। ਬੇਨਤੀ ਕਰ ਦਵਾਂ, ਸਭ ਤੋਂ ਇੰਪੋਰਟੈਂਟ ਮੈਸੇਜ ਹੈ, ਬਾਕੀ ਸਭ ਗੱਲਾਂ ਛੋਟੀਆਂ ਨੇ। ਜੇ ਕੋਈ ਪ੍ਰੋਜੈਕਟ ਹੈ, ਉਹ ਮੈਸੇਜ ਦੇ ਅੰਡਰ ਹੈ। ਪ੍ਰੋਜੈਕਟ ਕੈਨ ਨੈਵਰ ਬੀ ਬਿਗਰ ਦੈਨ ਦ ਮੈਸੇਜ। ਕੋਈ ਵੀ ਕੰਮ cannot be bigger than the message. First it is a message, then it is a project. ਪਹਿਲੀ ਪ੍ਰਾਥਮਿਕਤਾ, ਪਹਿਲੀ ਅਗਵਾਈ, ਪਹਿਲੀ ਇੰਪੋਰਟੈਂਸ ਮੈਸੇਜ ਦੀ ਹੈ। ਹੁਣ ਆਪਾਂ ਅੱਗੇ ਚੱਲਦੇ ਹਾਂ ਜੀ। ਅਗਲੀ ਚੀਜ਼ ਹੈ ਮਿਸ਼ਨ। ਇਹ ਬੜੀ ਕਮਾਲ ਦੀ ਚੀਜ਼ ਹੈ ਜੀ। ਤੁਸੀਂ ਕਿਸੇ ਵੀ ਸੰਸਥਾ, ਕਿਸੇ ਵੀ ਅਦਾਰੇ ਵੱਲ ਜਾਓ, ਉਹ ਮਿਸ਼ਨ ਦੀ ਗੱਲ ਕਰਦਾ ਹੈ, ਉਹ ਪਰਪਸ ਦੀ ਗੱਲ ਕਰਦਾ ਹੈ। ਮਿਸ਼ਨ ਇੱਕ ਇਹੀ ਜਿਹੀ ਚੀਜ਼ ਹੈ ਜਿਹੜੀ ਗਿਆਨ ਨੂੰ ਸ਼ਰਧਾ 'ਚ ਕਨਵਰਟ ਕਰ ਦਿੰਦੀ ਹੈ, ਜਿਹੜੀ ਥਿੰਕਿੰਗ ਨੂੰ ਇਮੋਸ਼ਨ 'ਚ ਕਨਵਰਟ ਕਰ ਦਿੰਦੀ ਹੈ। ਦੇਖੋ, ਥਿੰਕਿੰਗ ਜਿਹੜੀ ਹੈ ਉਹ ਦਿਮਾਗ ਦੀ ਹੈ, ਇਮੋਸ਼ਨ ਜਿਹੜਾ ਹੈ ਉਹ ਦਿਲ ਔਰ ਪੂਰੇ ਸਰੀਰ ਨਾਲ ਜੁੜਿਆ ਹੋਇਆ ਹੈ। ਜਿਹੜਾ ਅਸਰ ਹੈ, ਇਹੀ ਕਾਰਨ ਹੈ ਕਿ ਜਿਹੜੇ ਅਨਮਤ ਦਾ ਪ੍ਰਚਾਰ ਹੈ, ਜਾਂ ਜਿਹਨੂੰ ਕਹਿ ਲਈਏ ਆਪਾਂ, ਜਿੰਨੀ ਵੀ ਅਨਮਤ ਹੈ ਗੁਰਮਤ ਨੂੰ ਛੱਡ ਕੇ, ਮਨਮਤ ਹੋਏ ਜਾਂ ਅਨਮਤ ਹੋਏ, ਉਹ ਸਾਰੇ ਦਾ ਸਾਰਾ ਪ੍ਰਚਾਰ ਇਮੋਸ਼ਨਲ ਹੁੰਦਾ ਹੈ ਔਰ ਇਮੋਸ਼ਨ ਅਸਰ ਕਰਦੇ ਹੈ, ਭਾਵੇਂ ਮੈਸੇਜ ਕੋਈ ਵੀ ਹੋਵੇ। ਤੇ ਪਹਿਲੀ ਗੱਲ ਆਪਾਂ ਕੀਤੀ ਸੀ ਵੀ ਮੈਸੇਜ ਤਾਂ ਸਾਡੇ ਕੋਲ ਸੁਪਰੀਮ ਹੈ, ਬੈਸਟ ਹੈ। ਅਸੀਂ ਤਾਂ ਰੱਬ ਦੀ ਹੀ ਗੱਲ, ਰੱਬ ਰਾਹੀਂ ਰੱਬ ਦੇ ਬੰਦਿਆਂ ਤੱਕ ਪਹੁੰਚਾਉਣਾ ਚਾਹੁੰਦੇ ਹਾਂ। ਤੇ ਇਹ ਜਿਹੜੀ ਗੱਲ ਹੈ ਕਿ ਪਹਿਲੀ ਗੱਲ ਇਹ ਹੈ ਕਿ ਆ ਜਿਹੜਾ ਮੈਸੇਜ ਹੈ, ਇਹ ਜਿਹੜਾ ਸੁਨੇਹਾ ਹੈ ਗੁਰਬਾਣੀ ਦਾ, ਮੇਰੀ ਜ਼ਿੰਦਗੀ ਦੇ ਮਕਸਦ ਨਾਲ ਜੁੜਿਆ ਹੈ। ਮੈਂ ਕੀ ਰੱਖਿਆ ਆਪਣੀ ਜ਼ਿੰਦਗੀ ਦਾ ਮਕਸਦ? am I clear about the purpose of my life? ਮੈਨੂੰ ਯਾਦ ਹੈ ਕਿ ਇੱਕ ਸਮੇਂ ਮੈਂ ਇੱਕ ਸੱਜਣ ਤੋਂ ਟ੍ਰੇਨਿੰਗ ਲੈਣ ਲਈ ਉਹਦੇ ਤੋਂ ਟ੍ਰੇਨਿੰਗ ਸ਼ੁਰੂ ਕੀਤੀ, ਤੇ ਉਹਦਾ ਪਹਿਲਾ ਸਵਾਲ ਹੀ ਇਹੀ ਸੀ। ਉਹ ਕਹਿੰਦਾ ਜੀ ਟ੍ਰੇਨਿੰਗ ਮੈਂ ਬਾਅਦ 'ਚ ਦੇਵਾਂਗਾ, ਤੁਸੀਂ ਪਹਿਲਾਂ ਦੱਸੋ ਕਿ ਤੁਹਾਡੀ ਜ਼ਿੰਦਗੀ ਦਾ ਮਕਸਦ ਕੀ ਹੈ। He says, I cannot train you. I cannot train you until you tell me what is the purpose of your life. ਹੁਣ ਵੈਸੇ ਆਪਾਂ ਕਹਿ ਦਈਏ ਕਿ ਰਹਿਰਾਸ ਦੇ ਪਾਠ 'ਚ ਆਪਾਂ ਕਹਿੰਦੇ ਹਾਂ ਕਿ ਗੋਬਿੰਦ ਮਿਲਨ ਕੀ ਤੇਰੀ ਭਰੀਆ, ਬਟ ਕਿਸ ਰੂਪ 'ਚ, ਕਿਸ ਸਮਝ 'ਚ ਮੇਰੀ ਜ਼ਿੰਦਗੀ ਦਾ ਹਿੱਸਾ ਬਣਿਆ ਇਹ ਅਗਵਾਈ। ਤੇ ਜ਼ਿੰਦਗੀ ਦੇ ਮਕਸਦ ਦੇ ਨਾਲ ਜੇ ਗੁਰਬਾਣੀ ਦਾ ਮੈਸੇਜ, ਗੁਰਬਾਣੀ ਦਾ ਸੁਨੇਹਾ ਹੋ ਜਾਏ ਨਾਲ, ਪਹਿਲੀ ਗੱਲ ਹੈ ਇਹ ਮੇਰਾ ਮਿਸ਼ਨ ਬਣ ਜਾਏ ਕਿ ਮੈਂ ਗੁਰਬਾਣੀ ਬਣਨਾ ਹੈ। ਗੁਰਬਾਣੀ ਨੂੰ ਸਮਝਣਾ ਔਰ ਸ਼ੇਅਰ ਕਰਨਾ ਮੇਰੀ ਜ਼ਿੰਦਗੀ ਦੇ ਮਕਸਦ ਨਾਲ ਜੁੜਿਆ ਹੈ। ਸੱਚ ਜਾਣੀਏ, ਮਕਸਦ ਦਾ ਇੱਕ ਨਾ ਹਾਂਜੀ ਸੌਰੀ, ਤੇ ਉਹ ਜਿਹੜੀ ਗੱਲ ਸੀ ਨਾ ਜੀ ਕਿ ਉਹ ਕਹਿੰਦਾ ਜੀ ਚੈੱਕ ਕਰਨਾ ਹੋਵੇ ਕਿ ਬੰਦਾ ਮਿਸ਼ਨ ਤੇ ਹੈ ਕਿ ਨਹੀਂ, ਪਰਪਸ ਤੇ ਹੈ ਨਹੀਂ। ਕਹਿੰਦਾ ਦੋ ਚੀਜ਼ਾਂ ਚੈੱਕ ਕਰ ਲਓ, ਇੱਕ ਆਪਣਾ ਪੈਸਾ ਕਿੱਥੇ ਲਾਉਂਦਾ, ਇੱਕ ਦੂਜਾ ਉਹਦਾ ਆਪਣਾ ਟਾਈਮ ਕਿੱਥੇ ਲਾਉਂਦਾ। ਕੀ ਬਾਤ ਹੈ ਕਿ ਜੇਕਰ ਸਾਡੀ ਟਾਈਮ ਐਨਰਜੀ ਜਿਹੜੇ ਪਾਸੇ ਜਾ ਰਹੀ ਹੈ, ਕੀ ਉਹ ਮਕਸਦ ਹੈ ਕਿ ਨਹੀਂ, ਤੇ ਉਹਦੀ ਨਾਲ ਸਾਡੀ ਕਿੰਨੀ ਭਾਵਨਾਤਮਕ ਸਾਂਝ ਹੈ। ਹਾਊ ਇਮੋਸ਼ਨਲੀ ਵੀ ਆਰ ਅਟੈਚਡ ਟੂ ਇਟ। ਇਮੋਸ਼ਨਲੀ ਅਟੈਚਮੈਂਟ ਦਾ ਮਤਲਬ ਇਹ ਹੁੰਦਾ ਹੈ ਵੀ ਐਵੇਂ ਲੱਗੇ ਵੀ ਆ ਮੇਰੀ ਜ਼ਿੰਦਗੀ ਦਾ ਪਾਰਟ ਹੈਗਾ। ਔਰ ਜਿਹੜਾ ਜ਼ਿੰਦਗੀ ਦਾ ਪਾਰਟ ਹੋਵੇ, ਕੋਈ ਵੀ ਚੀਜ਼ ਹੋਵੇ,
ਆਮ ਤੌਰ ਤੇ ਉਹਨੂੰ ਆਪਾਂ ਕਹਿੰਦੇ ਨੇ ਮੇਰੀ ਹੈ। ਤੇ ਜੇ ਮੇਰਾ ਮਕਸਦ ਹੈ, ਇੱਕ ਹੋ ਸਕਦਾ ਵੀ ਕਾਗਜ਼ ਦਾ ਮਕਸਦ ਹੈ, ਕਾਲਜ ਦਾ ਮਕਸਦ ਵੱਖਰਾ ਹੋ ਸਕਦਾ ਹੈ ਕਿ ਮੇਰਾ ਮਕਸਦ ਹੈ, ਜਦੋਂ ਤੱਕ ਇਹ ਨਿੱਜੀ ਤੌਰ ਤੇ ਮਕਸਦ ਨਹੀਂ ਬਣਦਾ ਤਦ ਤੱਕ ਪ੍ਰਚਾਰ ਪ੍ਰਸਾਰ ਦੇ ਰਾਹੇ ਤੁਰਨਾ ਥੋੜਾ ਔਖਾ ਹੈ। ਹੁਣ ਜੇ ਇਹਨੂੰ ਪ੍ਰੈਕਟੀਕਲੀ ਸਮਝਣਾ ਹੋਵੇ ਕਿ ਇਹ ਮੈਸੇਜ ਨੂੰ ਸਾਂਝਾ ਕਰਨਾ ਮੇਰੀ ਰੋਜ਼ ਦੀ ਜ਼ਿੰਦਗੀ ਦਾ ਹਿੱਸਾ ਹੈ। ਹੁਣ ਆਪਾਂ ਕਹਿ ਸਕਦੇ ਹਾਂ ਵੀ ਮੇਰਾ ਤਾਂ ਆਹ ਕੰਮ ਹੈ, ਮੈਂ ਫਲਾਣੀ ਜਗ੍ਹਾ ਜਾਣਾ, ਉੱਥੇ ਹਰ ਜਗ੍ਹਾ ਸਿੱਖ ਥੋੜੀ ਹੁੰਦੇ ਹੈ, ਬਟ ਗੱਲ ਤਾਂ ਇਹ ਹੈ ਕਿ ਮੈਸੇਜ ਤਾਂ ਸਾਰੀ ਦੁਨੀਆ ਵਾਸਤੇ ਹੈ। ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹਦੀ ਸਾਂਝ ਕੀਤੀ ਜਾ ਸਕਦੀ ਹੈ। ਮੇਰਾ ਨਿੱਜੀ ਤਜਰਬਾ ਇਹ ਹੈ, ਐਕਸਪੀਰੀਅੰਸ ਇਹ ਹੈ ਕਿ ਜਦੋਂ ਜਿਹਦੇ ਨਾਲ ਜਿੱਥੇ ਵੀ ਗੱਲ ਕੀਤੀ ਹੈ, ਭਾਵੇਂ ਉਹਦਾ ਇਨਕਲੀਨੇਸ਼ਨ ਕਿਹਾ ਜਾ ਵੀ ਹੋਵੇ, ਧਾਰਮਿਕ ਹੋਵੇ ਨਾ ਹੋਵੇ, ਉਹ ਗੁਰਬਾਣੀ ਦੇ ਜਿਹੜੇ ਪ੍ਰੈਕਟੀਕਲ ਮੈਸੇਜ ਹੈ ਉਹਨਾਂ ਤੋਂ ਪ੍ਰਭਾਵਿਤ ਹੁੰਦਾ ਹੈ। ਤੇ ਜਦੋਂ ਰੋਜ਼ਮर्रा ਦੀ ਜ਼ਿੰਦਗੀ ਦੇ ਵਿੱਚ ਉਹਨੂੰ ਆਪਾਂ ਵਰਤਣਾ ਸ਼ੁਰੂ ਕਰਾਂਗੇ ਆਪਣੇ ਨਾਲ ਤੇ ਸਾਂਝ ਕਰਨ ਨਾਲ, ਤਾਂ ਥੋੜਾ ਫਾਇਦਾ ਹੋਏਗਾ। ਅਗਲੀ ਇੰਪੋਰਟੈਂਟ ਗੱਲ ਹੈ ਕਿ ਕਾਲਜ ਦਾ ਪ੍ਰਚਾਰ ਦਾ ਟੀਚਾ ਹੋਏਗਾ ਕਿ ਸਾਡਾ ਆਪਣਾ ਕੋਈ ਪ੍ਰਚਾਰ ਦਾ ਟੀਚਾ ਹੈ। ਉਹ ਟੀਚਾ ਕਾਲਜ ਦੇ ਟੀਚੇ ਨਾਲ ਮਿਲ ਸਕਦਾ ਹੈ, ਪਰ ਸਭ ਤੋਂ ਪਹਿਲਾਂ ਕੀ ਮੈਂ ਪ੍ਰਚਾਰ ਕਰਨਾ ਚਾਹੁੰਦਾ ਹੈ। ਮੈਂ ਕਈ ਵਾਰੀ ਇਹ ਬੇਨਤੀ ਕਰ ਚੁੱਕੇ ਹਾਂ, ਕਈ ਸਟੇਜਾਂ ਤੇ ਗੱਲ ਕਰ ਚੁੱਕੇ ਹਾਂ, ਪਿਛਲੇ ਸਾਲ ਦੀ ਜਿਹੜੀ ਐਨੂਅਲ ਸਮਾਗਮ ਸੀ ਉੱਥੇ ਵੀ ਬੇਨਤੀ ਕੀਤੀ ਸੀਗੀ, ਬਈ ਕਿਸੇ ਨੂੰ ਰਿਸਪੌਂਸਿਬਿਲਟੀ ਦਿੱਤੀ ਨਹੀਂ ਜਾ ਸਕਦੀ। ਰਿਸਪੌਂਸਿਬਿਲਟੀ ਹਮੇਸ਼ਾ ਲਿੱਤੀ ਜਾਂਦੀ ਹੈ, ਜ਼ਿੰਮੇਵਾਰੀ ਲੈਣ ਵਾਲਾ ਹੀ ਕੰਮ ਕਰਦਾ ਹੈ, ਔਰ ਜਿਹੜਾ ਜ਼ਿੰਮੇਵਾਰੀ ਲੈ ਲਵੇ ਨਾ ਜੀ, ਉਹ ਕਮਾਲ ਹੈ। ਜਿਵੇਂ ਕਿ ਤੁਸੀਂ ਅੱਜ ਕੱਲ੍ਹ ਦੇਖਿਆ ਹੋਏਗਾ ਕਿ ਜਗਜੀਤ ਸਿੰਘ ਜੀ ਦੋਰਾਹਾ ਆਪਣੇ ਆਪ ਕੋਈ ਨਾ ਕੋਈ ਕੰਮ ਕਰਦੇ ਰਹਿੰਦੇ ਹੈ। ਇਸੇ ਤਰੀਕੇ ਨਾਲ ਸਾਡੇ ਬੜੇ ਪਿਆਰੇ ਵੀਰ ਗੁਰਬੀਰ ਸਿੰਘ ਜੀ ਹੋਏ ਹੈ, ਉਹਨਾਂ ਨੂੰ ਕਦੇ ਕਿਸੇ ਨੇ ਨਹੀਂ ਕਿਹਾ, ਜਿਹੜਾ ਕੰਮ ਉਹਨਾਂ ਨੇ ਕਰਨਾ ਹੁੰਦਾ ਸੀ ਆਪ ਹੀ ਕਰਦੇ ਹੈ। ਜਿਹੜਾ ਸੈਲਫ ਸਟਾਰਟ ਨਹੀਂ ਹੈ, ਆਪ ਨਹੀਂ ਕੰਮ ਕਰਨਾ ਚਾਹੁੰਦਾ, ਉਹਦੇ ਤੋਂ ਕੰਮ ਨਹੀਂ ਕਰਾਇਆ ਜਾ ਸਕਦਾ। ਸਾਡੀ ਹਰ ਸੰਸਥਾ ਦੀ ਦਿੱਕਤ ਇਹੀ ਹੈ ਕਿ ਜਦੋਂ ਅਸੀਂ ਕੋਈ ਕੰਮ ਉਸ ਵਿਅਕਤੀ ਨੂੰ ਦਿੰਨੇ ਆ ਜਿਹੜਾ ਨਹੀਂ ਕਰਨਾ ਚਾਹੁੰਦਾ, ਤੇ ਫਿਰ ਉਹ ਪ੍ਰਾਪਤੀ ਨਹੀਂ ਹੁੰਦੀ ਜਿਹੀ ਚਾਹੀਦੀ ਹੈ। ਅਗਲੀ ਗੱਲ ਕਿ ਜੇ ਮਿਸ਼ਨ ਇੰਨਾ ਇੰਪੋਰਟੈਂਟ ਹੈ, ਪਰਪਸ ਇੰਨਾ ਇੰਪੋਰਟੈਂਟ ਹੈ, ਤੇ ਫਿਰ ਉਸ ਮਿਸ਼ਨ ਦੀ ਪ੍ਰਾਪਤੀ ਲਈ ਕਿ ਨਿੱਜੀ ਤੌਰ ਤੇ ਸਾਡੀ ਕੋਈ ਪਲਾਨ ਹੈ, ਕਿਉਂਕਿ ਜਦੋਂ ਨਿੱਜੀ ਔਰ ਸੰਸਥਾਗਤ ਪਲਾਨਿੰਗ ਹੋਏਗੀ, ਸਾਡੀ ਪਲਾਨ ਦੇ ਵਿੱਚ ਉਹ ਚੀਜ਼ਾਂ ਹੋਣਗੀਆਂ ਤੇ ਆਟੋਮੈਟਿਕਲੀ ਆ ਜਾਂਦੀਆਂ। ਜੇ ਨਿੱਜੀ ਤੌਰ ਤੇ ਅਸੀਂ ਉਸ ਮਿਸ਼ਨ ਨਾਲ ਨਹੀਂ ਜੁੜੇ ਔਰ ਸੰਸਥਾ ਚਾਹੁੰਦੀ ਹੈ ਕਿ ਆਹ ਕੰਮ ਹੋਵੇ, ਤੇ ਉਹਦੇ ਚ ਤਾਂ ਫਿਰ ਗੈਪ ਹੋ ਗਿਆ ਨਾ ਜੀ, ਉਹ ਦਿੱਕਤ ਵਾਲਾ ਕੰਮ ਹੈ। ਇਸੇ ਚੀਜ਼ ਨੂੰ ਲੈਂਦੇ ਹੋਏ ਆਪਾਂ ਤੀਸਰੇ ਨੰਬਰ ਤੇ ਤੁਰਦੇ ਹਾਂ ਜੀ। ਹੁਣ ਤੀਸਰਾ ਐਮ ਹੈ ਮੈਥਡ। ਹੁਣ ਜਿਹੜਾ ਮੈਥਡ ਹੈ, ਇਹ ਤਰੀਕਾ ਹਰ ਕੰਮ ਦਾ ਕਰਨ ਦਾ ਤਰੀਕਾ ਹੁੰਦਾ ਹੈ। ਬੇਨਤੀ ਕਰਾਂ, ਹਰ ਸੰਸਥਾ ਕੋਈ ਨਾ ਕੋਈ ਚੀਜ਼ ਪ੍ਰਦਾਨ ਕਰ ਰਹੀ ਹੈ। ਲੋਕਾਂ ਦੀਆਂ ਲੋੜਾਂ ਨੇ, ਸਾਰੀ ਦੁਨੀਆ ਦੀ ਲੋੜਾਂ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ। ਸਾਰੇ ਦੁਨੀਆ ਦੇ ਬਿਜ਼ਨਸ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ। ਉਹ ਲੋੜਾਂ ਔਰ ਬਿਜ਼ਨਸ ਦਾ ਨਾਂ ਹੈ, ਇੱਕ ਨੂੰ ਆਪਾਂ ਕਹਿੰਦੇ ਆ ਪ੍ਰੋਡਕਟ ਤੇ ਦੂਸਰੇ ਨੂੰ ਕਹਿੰਦੇ ਆ ਸਰਵਿਸ। ਹੁਣ ਪ੍ਰਚਾਰ ਪ੍ਰਸਾਰ ਇੱਕ ਤਰ੍ਹਾਂ ਦਾ ਸਰਵਿਸ ਵਾਲਾ ਕੰਮ ਹੈ, ਸੇਵਾ ਵਾਲਾ ਕੰਮ ਹੈ। ਹੁਣ ਕਿਹੜੇ ਪਦਾਰਥ, ਕਿਹੜੀ ਸੇਵਾ ਸਾਡੀ ਸੰਸਥਾ ਨੇ ਪ੍ਰੋਵਾਈਡ ਕਰਨੀ ਹੈ, ਇਹਦੀ ਕਲੈਰਿਟੀ ਹੋਣੀ ਬਹੁਤ ਜ਼ਰੂਰੀ ਹੈ। ਕਿਉਂਕਿ ਹਰ ਕੰਪਨੀ, ਹਰ ਸੰਸਥਾ ਉਹ ਪ੍ਰੋਡਕਟ, ਉਹ ਸਰਵਿਸ ਮੁਹੱਈਆ ਕਰਾਉਣ ਦੀ ਕੋਸ਼ਿਸ਼ ਕਰਦੀ ਹੈ ਜਿਹਦੀ ਸਮਾਜ ਨੂੰ ਲੋੜ ਹੋਵੇ। ਸਮਾਜ ਦੀਆਂ ਤਾਂ ਬਹੁਤ ਲੋੜਾਂ ਨੇ, ਅਣਗਿਣਤ ਲੋੜਾਂ ਨੇ, ਸੀਗੀਆਂ ਐ ਤੇ ਰਹਿਣਗੀਆਂ। ਉਹਨਾਂ ਲੋੜਾਂ ਦੇ ਵਿੱਚੋਂ ਕਿਹੜੀਆਂ ਲੋੜਾਂ ਨੇ ਜਿਨ੍ਹਾਂ ਦੀ ਪੂਰਤੀ ਸਿੱਖ ਮਿਸ਼ਨਰੀ ਕਾਲਜ ਨੇ ਕਰਨੀ, ਇਹ ਬੜੀ ਇੰਪੋਰਟੈਂਟ ਇਸ਼ੂ ਹੈ ਕਿ ਜਦੋਂ ਤੱਕ ਅਸੀਂ ਕਿਸੇ ਵਿਅਕਤੀ ਦੀ ਲੋੜ ਦੀ ਪੂਰਤੀ ਨਹੀਂ ਕਰ ਰਹੇ, ਉਹ ਸਾਡੇ ਨੇੜੇ ਨਹੀਂ ਆਏਗਾ। ਬੰਦਾ ਕੀ ਚਾਹੁੰਦਾ ਹੈ, ਉਹ ਜਿਹੜੀ ਚੀਜ਼ ਉਹ ਚਾਹੁੰਦਾ ਹੈ, ਉਹਦੇ ਵਿੱਚੋਂ ਕੋਈ ਨਾ ਕੋਈ ਚੀਜ਼ ਸਾਡੇ ਕੋਲ ਹੋਏਗੀ ਜਿਹੜੀ ਉਹਨੂੰ ਅਸੀਂ ਦੇ ਸਕਦੇ ਹਾਂ। ਕਮਾਲ ਦੀ ਗੱਲ ਇਹ ਹੈ ਕਿ ਜੇਕਰ ਅਸੀਂ ਯੂਨਾਈਟਿਡ ਨੇਸ਼ਨ ਦੀ ਵੈਬਸਾਈਟ ਤੇ ਜਾਈਏ, ਦੁਨੀਆ ਦੇ ਵਾਸਤੇ ਉਹਨਾਂ ਨੇ 17 ਪ੍ਰੋਜੈਕਟ ਬਣਾਏ ਨੇ ਪੂਰੀ ਦੁਨੀਆ ਦੇ ਵਿੱਚ ਬੈਟਰਮੈਂਟ ਲਿਆਉਣ ਲਈ।
ਤੇ ਤੁਸੀਂ ਜੇ ਨੇੜੇ ਤੋਂ ਜਾ ਕੇ ਦੇਖੋਗੇ ਉਹ ਇੱਕ ਤਰ੍ਹਾਂ ਲਈ ਮਾਨਵਤਾ ਦੇ ਪ੍ਰੋਜੈਕਟ ਨੇ। ਆਮ ਤੌਰ ਤੇ ਉਹ ਸਾਰੇ ਦੇ ਸਾਰੇ ਇੱਕ ਤਰ੍ਹਾਂ ਮੈਨੂੰ ਲੱਗਦਾ ਹੈ ਬਈ ਸਾਡੇ ਪ੍ਰੋਜੈਕਟਾਂ ਨਾਲ ਵੀ ਜੁੜੇ ਹੋਏ ਨੇ। ਐਗਜ਼ਾਮਪਲ ਵਜੋਂ ਪਹਿਲਾ ਪ੍ਰੋਜੈਕਟ ਰਹਿੰਦਾ ਹੈ ਹਮੇਸ਼ਾ ਦੁਨੀਆ ਦੇ ਹਰ ਜਗ੍ਹਾ ਕਿ ਗਿਆਨ ਵਿੱਚ ਵਾਧਾ ਹੋਵੇ। ਪੀਪਲ ਸ਼ੁੱਡ ਬੀ ਐਜੂਕੇਟਿਡ। ਦਿਸ ਇਜ਼ ਅ ਵੈਰੀ ਵੈਰੀ ਕਾਮਨ ਪ੍ਰੋਜੈਕਟ ਫॉर द ਇੰਟਾਇਰ ਵਰਲਡ। ਹੁਣ ਐਜੂਕੇਸ਼ਨ ਦੋ ਤਰ੍ਹਾਂ ਦੀ ਹੈ। ਇੱਕ ਐਜੂਕੇਸ਼ਨ ਹੈ ਬਾਹਰ ਦੀ ਆਫ ਦ ਵਰਲਡ ਅਰਾਊਂਡ, ਔਰ ਇੱਕ ਐਜੂਕੇਸ਼ਨ ਹੈ ਅੰਦਰ ਦੀ। ਸਾਡੇ ਅੰਦਰ ਕੀ ਹੈ? ਗੁਰਬਾਣੀ ਦੀ ਸਾਰੀ ਐਜੂਕੇਸ਼ਨ ਜਿਹੜੀ ਹੈ ਉਹ ਅੰਦਰ ਦੀ ਹੈ। ਅੰਦਰ ਦੀ ਐਜੂਕੇਸ਼ਨ ਦੀ ਰਿਕੁਆਇਰਮੈਂਟ 10 ਟਾਈਮਸ ਹੈ ਐਜ਼ ਕੰਪੇਅਰ ਟੂ ਦ ਆਊਟਸਾਈਡ। ਆਊਟਸਾਈਡ ਡਿਵੈਲਪਮੈਂਟ ਬਹੁਤ ਹੋਈ ਹੈ ਤੇ ਹੋ ਰਹੀ ਹੈ, ਲੇਕਿਨ ਅੰਦਰ ਦੀ ਡਿਵੈਲਪਮੈਂਟ ਰੁਕੀ ਹੋਈ ਹੈ। ਉਹਦੀ ਡਿਵੈਲਪਮੈਂਟ ਦਾ ਤਰੀਕਾ ਗੁਰੂ ਗ੍ਰੰਥ ਸਾਹਿਬ ਵਿੱਚ ਹੈ। ਉਹਦੀ ਪद्धति, ਉਹਦੀ ਫਿਲਾਸਫੀ, ਉਹਦਾ ਫਰੇਮਵਰਕ ਗੁਰੂ ਗ੍ਰੰਥ ਸਾਹਿਬ 'ਚ ਹੈ। ਔਰ ਪੂਰੀ ਦੁਨੀਆ ਦੇ ਵਿੱਚ ਇਸ ਗੱਲ ਤੇ ਗੱਲ ਹੋ ਰਹੀ ਹੈ ਕਿ ਜਿੰਨੀ ਅੰਦਰ ਡਿਵੈਲਪਮੈਂਟ ਹੋਣ ਦੀ ਲੋੜ ਹੈ ਉਹ ਅਤ ਜ਼ਰੂਰੀ ਹੈ। ਜੇਕਰ ਅਸੀਂ ਇਹ ਲੋੜ ਜਿਹੜੀ ਸੰਸਥਾ ਇਸ ਗੱਲ ਨੂੰ ਤਰੀਕੇ ਨਾਲ ਪੇਸ਼ ਕਰ ਰਹੀ ਹੈ ਕਿ ਸਾਡੀ ਅੰਦਰ ਦੀਆਂ ਲੋੜਾਂ ਕੀ ਹੈ, ਔਰ ਉਹਨੂੰ ਜਦੋਂ ਐਡਵਰਟਾਈਜ਼ ਕਰਦੀ ਹੈ ਲੋਕੀ ਭੱਜੇ ਜਾਂਦੇ ਨੇ। ਇਟ ਮੇ ਬੀ ਮੈਡੀਟੇਸ਼ਨ, or it may be a peace camp, it may be anything। ਜਿਹੜੀ ਚੀਜ਼ ਦੀ ਰਿਕੁਆਇਰਮੈਂਟ ਇਨਸਾਨ ਨੂੰ ਲੱਗਦਾ ਵੀ ਮੇਰੀ ਲੋੜ ਹੈ, how to get out of the depression, you know, there is 1/3 of the world is under depression। ਇੱਕ ਤਿਹਾਈ ਲੋਕ ਡਿਪਰੈਸ਼ਨ ਚ ਨੇ, and there is a absolute antidote। ਗੁਰਬਾਣੀ is the antidote for depression। okay, ਹਰ ਦੁਨੀਆ ਦਾ ਜਿਹੜੀ ਅੱਜ ਦੀ ਡੇਟ ਦੇ ਵਿੱਚ ਸਭ ਤੋਂ ਟੌਪ ਦੀਆਂ ਜਿਹੜੀਆਂ ਪ੍ਰੋਬਲਮ ਨੇ, stress is a top problem, differences in opinion in relation is a top problem। ਜਿੰਨੀ ਵੀ ਦੁਨੀਆ ਦੀ ਪ੍ਰੋਬਲਮਸ ਨੇ, ਜੇ ਉਹਨਾਂ ਨੂੰ ਮੁੱਖ ਰੱਖਦੇ ਹੋਏ ਸਾਡੀਆਂ ਜਿਹੜੇ ਪ੍ਰੋਡਕਟ ਨੇ ਉਹ ਸਾਹਮਣੇ ਆਣ। ਸਾਡੇ ਕੋਲ ਕੀ ਪ੍ਰੋਡਕਟ ਨੇ? ਸਾਡੇ ਕੋਲ ਲਿਟਰੇਚਰ ਹੈ, ਸਾਡੇ ਕੋਲ ਆਡੀਓਜ਼ ਨੇ, ਸਾਡੇ ਕੋਲ ਵੀਡੀਓਜ਼ ਨੇ, ਸਾਡੇ ਕੋਲ ਵਰਕਸ਼ਾਪ ਹੈ, ਸਾਡੇ ਕੋਲ ਕਾਉਂਸਲਿੰਗ ਹੈ, ਹੋਰ ਬਹੁਤ ਸਾਰੀ ਮਦਦ ਦੇ ਸਾਧਨ ਹੋ ਸਕਦੇ ਨੇ। ਗੁਰਬੀਰ ਸਿੰਘ ਜੀ ਤਾਂ ਕਿਸੇ ਦੇ ਘਰ ਕੁਝ ਹੋ ਜਾਏ ਉਹ ਕਹਿੰਦੇ ਨੇ ਤੁਸੀਂ ਚਿੰਤਾ ਨਾ ਕਰੋ, ਮੈਂ ਪਹੁੰਚ ਜਾਵਾਂਗਾ, ਸਾਰੇ ਕੰਮ ਦਾ ਹਿਸਾਬ ਕਿਤਾਬ ਹੋ ਜਾਏਗਾ। ਦੁਨੀਆ ਬਹੁਤ ਤਰ੍ਹਾਂ ਦੀ ਮਦਦ ਭਾਲ ਰਹੀ ਹੈ। ਉਸ ਨੂੰ ਕਿਸ ਤਰੀਕੇ ਨਾਲ ਅਸੀਂ ਆਪਣੇ ਲਿਟਰੇਚਰ ਰਾਹੀਂ, ਆਪਣੇ ਆਡੀਓਜ਼ ਰਾਹੀਂ, ਆਪਣੇ ਵੀਡੀਓਜ਼ ਰਾਹੀਂ, ਆਪਣੇ ਵਰਕਸ਼ਾਪ ਰਾਹੀਂ, ਆਪਣੀ ਕਾਉਂਸਲਿੰਗ ਰਾਹੀਂ ਦੁਨੀਆ ਦੇ ਕਿਹੜੇ ਦੁੱਖ ਨੂੰ ਘੱਟ ਕਰ ਸਕਦੇ ਹਾਂ, ਕਿਹੜੀ ਜਿਹੜੀ ਦਿੱਕਤ ਹੈ ਉਹਨੂੰ ਘੱਟ ਕਰ ਸਕਦੇ ਹਾਂ। ਔਰ ਜੋ ਚੀਜ਼ ਹੈ, ਹੁਣ ਗੱਲ ਆਉਂਦੀ ਹੈ ਕਿ ਜਿਹੜੇ ਸਾਡੇ ਮੈਥਡ ਨੇ ਉਹਨਾਂ ਨੇ ਉਹਨਾਂ ਚੀਜ਼ਾਂ ਨਾਲ ਜੁੜਨਾ ਹੈ ਕਿਹੜੇ ਰਿਜ਼ਲਟ ਅਸੀਂ ਚਾਹੁੰਦੇ ਹਾਂ। ਸਾਡੀ ਰਿਜ਼ਲਟਾਂ ਦੀ ਨਿਸ਼ਾਨਦੇਹੀ ਹੋਣੀ ਬਹੁਤ ਜ਼ਰੂਰੀ ਹੈ। ਕਿਸੇ ਕੰਪਨੀ ਨੂੰ ਪੁੱਛੋ ਕਿ ਤੁਹਾਨੂੰ ਕੀ ਰਿਜ਼ਲਟ ਚਾਹੀਦੇ ਨੇ, ਉਹ 5-7 ਚੀਜ਼ਾਂ ਦੱਸਣਗੇ। they will say our revenue should go up, our profit should go up, our cash flow should be better, ਸਾਡੇ ਨਵੇਂ ਪ੍ਰੋਡਕਟ ਜਿਹੜੇ ਨੇ ਉਹ ਬਣਨ। ਉਹ ਬਹੁਤ ਸਾਰੀਆਂ ਚੀਜ਼ਾਂ ਦੱਸਣਗੇ, 6-7 ਚੀਜ਼ਾਂ ਦੱਸਣਗੇ। ਔਰ ਉਹ ਕੰਪਨੀ ਉਹਨਾਂ ਨੂੰ ਇਹ ਅਚੀਵ ਕਰਨ ਵਾਸਤੇ ਫਿਰ ਆਪਣੇ ਪ੍ਰੋਡਕਟ ਲਾਂਚ ਕਰਦੀ ਹੈ, ਸਰਵਿਸਿਜ਼ ਲਾਂਚ ਕਰਦੀ ਹੈ, ਤੇ ਉਹਨਾਂ ਵਿੱਚ ਉਹ ਐਕਸੀਲੈਂਟ ਬਣਨ ਦੀ ਕੋਸ਼ਿਸ਼ ਕਰਦੀ ਹੈ। ਦੁਨੀਆ ਦੀ ਕੰਪਨੀਆਂ, ਸੰਸਥਾਵਾਂ ਤਾਂ ਇੱਕ ਛੋਟੇ ਪੱਧਰ ਤੇ ਕੰਮ ਕਰ ਰਹੀਆਂ ਨੇ। ਜਿਹੜਾ ਧਰਮ ਦਾ ਖੇਤਰ ਹੈ, ਸਪਿਰਿਚੁਅਲਿਟੀ ਦਾ, ਅਧਿਆਤਮਕ ਦਾ ਖੇਤਰ ਹੈ, ਜਿਹੜਾ ਗੁਰਬਾਣੀ ਦਾ ਖੇਤਰ ਹੈ, ਉਹ ਤਾਂ ਪੂਰੇ ਸੰਸਾਰ ਲਈ ਹੈ, ਸਰਬੱਤ ਦੇ ਭਲੇ ਲਈ ਹੈ। ਤੇ ਉਹਦਾ ਕੰਮ ਤਾਂ ਸਭ ਤੋਂ ਸੁਚੱਜਾ, ਇਫੈਕਟਿਵ ਹੋਣਾ ਚਾਹੀਦਾ ਹੈ। ਤੇ ਜਿਹੜਾ ਸਾਡਾ ਅੱਜ ਕੱਲ ਕਾਫੀ ਗੱਲ ਬਾਰੇ ਆਪਾਂ ਗੱਲ ਹੁੰਦੀ ਹੈ, ਉਹ ਬਦਲ ਵੀ ਰਿਹਾ ਹੈ। ਲਿਟਰੇਚਰ ਵੀ ਆਪਾਂ ਬਦਲਦੇ ਹਾਂ, ਆਡੀਓ, ਵੀਡੀਓ, ਵਰਕਸ਼ਾਪ, ਕਾਉਂਸਲਿੰਗ, ਉਹ ਸਾਰਾ ਕੁਝ ਉਹਨੂੰ ਸ਼ਾਇਦ ਜੇ ਇਸ ਨਜ਼ਰ ਨਾਲ ਆਪਾਂ ਦੇਖੀਏ ਔਰ ਕਰਨ ਦੀ ਕੋਸ਼ਿਸ਼ ਕਰੀਏ ਕਿ ਇਸ ਟਾਈਮ ਸਮਾਜ ਦੀ, ਔਰ ਸਭ ਤੋਂ ਵੱਡੀ ਗੱਲ ਹੈ ਸਮਾਜ ਦੀ ਤਾਂ ਇੱਕ ਪਾਸੇ ਛੱਡ ਦਿਓ, ਅੱਜ ਪੰਜਾਬ ਔਰ ਸਿੱਖੀ ਦੀ ਹੀ ਇੰਨੀਆਂ ਲੋੜਾਂ ਨੇ ਜਿਹੜੀਆਂ ਬਿਲਕੁਲ ਦੀਵਾਰ ਤੇ ਲਿਖੀਆਂ ਗਈਆਂ ਨੇ। ਆਹ ਵੱਡੀਆਂ ਲੋੜਾਂ ਨੇ। ਉਹਨਾਂ ਸਾਰਿਆਂ ਦਾ ਆਪਾਂ ਜਦੋਂ ਆਪਣੇ ਮਿਸ਼ਨ ਨੂੰ ਪੜ੍ਹਦੇ ਹਾਂ ਤੇ ਉਹਨਾਂ ਦਾ ਜ਼ਿਕਰ ਬੜੇ ਕਲੀਅਰਲੀ ਆਉਂਦਾ ਹੈਗਾ। ਤੇ ਜੇ ਐਡਾ ਵੱਡਾ ਸਾਡਾ ਮਿਸ਼ਨ ਹੈ, ਐਡਾ ਵੱਡਾ ਸਾਡਾ ਟਾਰਗੇਟ ਹੈ, ਐਡੇ ਵੱਡੇ ਸਾਨੂੰ ਰਿਜ਼ਲਟ ਚਾਹੀਦੇ ਨੇ, ਤੇ ਉਹਦੇ ਅਨੁਸਾਰ ਸਾਡੀ ਪ੍ਰੋਡਕਟ ਐਂਡ ਸਰਵਿਸਿਜ਼ ਹੋਣੀਆਂ ਲਾਜ਼ਮੀ ਨੇ, ਜ਼ਰੂਰੀ ਨੇ। ਇਹ ਹੀ ਸਾਨੂੰ ਲੈ ਕੇ ਜਾਏਗਾ। ਜਿਹੜਾ M4 ਹੈਗਾ ਉਹ ਆਪਣੇ ਆਪ 'ਚ ਇੱਕ ਇੰਪੋਰਟੈਂਟ
हिस्सा है प्रचार और प्रसार का। इनफैक्ट वो प्रसार नाल जुड़े है। M4 है मेजरमेंट। कहने हैं ये आम कहावत है बिजनेस वर्ल्ड दे विच, इंस्पैक्ट व्हाट यू एक्सपैक्ट। उस चीज नू चेक करो जो तुसी चाहते हैं। जे सानू इस गल की निशानदेही हो जाए कि असी की चाहते हैं, जिवें आपां कहने हैं कि अमृतधारी कौम बनानी, करना सिक्खी दा प्रचार सारी दुनिया दे विचकार, या जो रिटन रूप दे विच मिशन है कि गुरु ग्रंथ साहब दी प्रचार धारा दा जिहड़ा गल है पूरे संसार च करनी है, पूरी मानव जाति नूं प्रभु प्रेम नाल जोड़ना है, ते जिहड़े सरबत दे भले दे कारज करने हैं। ते इन्हां तिन्नां मिशन दे 3 एलीमेंट दे सामने साडे प्रोजेक्ट बिल्कुल क्लीयर होने चाहिए हैं कि आह वाला प्रोजेक्ट इस काम ते इस तरीके नाल कर रहा है और इहदा आ रिजल्ट आएगा। तो जदों तक साडे टीचे कल्ले कल्ले बंदे नूं क्लीयर नहीं हुंदे, मान लो पिछे जे मैं बेनती कर रहा सीगा भाई कुछ चीज़ां असी जदों साल तो साल जेही जी डेडिकेशन वाले बंदे साडे कोल आंदे रहे ने या हैं, शायद ही किसी संस्था कोल होण। मैनू निजी तौर पर लगता है कि सिख मिशनरी कॉलेज जो अचीव कर सकता है और अचीव कर रहा है, उस तो बहुत ज्यादा अगे वधन की लोड़ है और वह है जो वधिया जा सकता है। और जिस तरीके नाल ਆਪਾਂ थोड़े समय तो जिन्हें प्रोजेक्ट ने, जिन्नी कार्रवाइयां ने, जिन्नियां प्लैनिंग ने, उन्होंने चेंज कर रहे हैं। लेकिन इनू कुछ इस तरीके नाल करिए कि साडी पहले टीचे क्लीयर हो जान, व्हाट इज दैट वी वांट टू अचीव, बिल्कुल क्लैरिटी हो जाए कि दिस इज व्हाट वी वांट। इट मे बी सानू की नवे मैंबर चाहिए ने, किस तरह के मैंबर चाहिए ने। दूसरा साडी जिहड़ी गुरमत दी क्लास है जिहदे विचों निजी तौर पर मैं देखिया जिहड़ी क्लास दे विच छोटे बच्चे वड्डे बच्चे अरविंदर कौर जी चंडीगढ़ क्लास लाउंदे सीगे, बहुत ही वधिया तरीके नाल लाउंदे सीगे और पूरी ओदी जिहड़ी उन्होंने ओदी प्लैनिंग बनाई हुई सीगी और उहदे च जिन्ने बंदियां दी इन्वॉल्वमेंट होंदी सीगी, परिवार दा हर उम्र दा बंदा उस क्लास दे विच इन्वॉल्व हुंदा सीगा और वो क्योंकि पूरा परिवार इन्वॉल्व हुंदा सीगा, बच्चे इन्वॉल्व हुंदे सीगे ते ओहदे नाल ना पूरा परिवार खिंचिया आंदा हुंदा सीगा। ते जिन्नी देर वो क्लास उस रूप च चलदी रही तो चंडीगढ़ दी जिहड़ी एक्टिविटी सी बहुत वधिया सीगियां। अज उस रूप च क्लास नहीं चल रही है, मैं भी चंडीगढ़ च ही हां एक तरीके नाल, भावें मैं मोहाली आ गया, पर उस रूप च चलदी सीगी। ते बहुत सारियां चीज़ां इहो जिहियां ने कि जदों जिस रूप च चल रही होंदियां कमाल दा असर लैके आंदियां ने। ते इसलिए बिल्कुल क्लीयर होना चाहिए है कि की असी अपनी जिहड़ी अही जी क्लास होवे जिहदे विचों जिहड़ी चीज़ आपां कढ के ले आना चाहते हैं, व्हाट शुड बी द डिजाइन ऑफ द क्लास और व्हाट शुड बी द डिजाइन ऑफ द वर्कशॉप। आपां जिहड़े जिहड़े टीचे हासिल करना चाहते हैं, जो भी टीचे आपां हासिल करना चाहते हैं, वो बिल्कुल क्लीयर हो जान साडे लई। जदों टीचे की गल आ जाएगी फिर उहदी प्लैनिंग होएगी कि इस मैथड नाल आ चीज मिलेगी, इस मैथड नाल आ चीज मिलेगी। कई बार ये होता है कि आप बहुत सारी एफर्ट करते हैं, एक्टिविटी भी ऑर्गेनाइज हो जाती है, भज दौड़ भी बहुत होती है, ते लेकिन जदों दी आउटकम देखने लई बहने आपां ते बहुत घट प्राप्ति होती है। एक तो ये चीज मैनूं जापदा पर्सनल लैवल ते कि थोड़ा जिहा इहदे च इंप्रूवमेंट करन दी लोड़ है। दूसरी जिस गल दी है कि कई बारी आपां रिव्यू मीटिंग च भी देखिया होना है, तरह तरह ते देखिया होना भी आपां संस्था के तौर पर किसी ना किसी तौर पर वीरां भैणां नूं कई बारी ना भावें वो डेडिकेटेड ही हो बड़ा पुश करना पैंदा भी आ तुसीं आ करो। उहदे पिछे ये नहीं है वो बंदा नहीं करना चाहता है, पर उस चीज दे विच शायद उन्हां दी इन्वॉल्वमेंट, उन्हां दी दिलचस्पी उस लैवल दी नहीं हुंदी जिहड़ी उस प्रोजेक्ट लई चाहीदी हुंदी है। तीसरी गल प्लैनिंग और टीचे दी लगातार रिपोर्ट इस तरीके नाल होवे कि प्रोग्रेस दिखा रही होवे। हुण जिहड़ा साडा मंथली परफॉर्म है जिहड़ियां चीज़ां उहदे विच हुंदियां ने उन्हां दे जिहड़ा एनालिसिस है वो कुछ चीज़ां साडे सामने लैके आंदा है। जे उहनूं इंप्रूव करना होवे वो किस तरीके नाल साडे कॉलेज दे टीचे नाल जुड़े है, किहड़े किहड़े टीचे नाल किहड़ा किहड़े इन्फॉर्मेशन किथे से फॉर एग्जांपल एक बड़ी सिंपल जी गल हो सकती है कि असी जिहड़ा है सिख फुलवाड़ी का फैलाव करना चाहते हैं तो बड़ी
ਕਲੀਅਰਲੀ ਉਹ ਡਾਟਾ ਜਦੋਂ ਉੱਥੋਂ ਆਏਗਾ ਸਾਨੂੰ ਪਤਾ ਲੱਗ ਜਾਏਗਾ ਵੀ ਹੋ ਰਿਹਾ ਹੈ ਕਿ ਨਹੀਂ ਹੋ ਰਿਹਾ। ਜੇ ਨਹੀਂ ਹੋ ਰਿਹਾ ਤੇ ਫਿਰ ਉਹਦੇ ਲਈ ਪਲੈਨਿੰਗ ਕਰਕੇ ਪਾਰਟਿਕੂਲਰ ਮੈਥਡ ਦੇ ਨਾਲ ਕਰਨ ਦੀ ਲੋੜ ਹੈ। ਤੇ ਟੀਚੇ ਦੀ ਰੈਲੇਵੈਂਸ ਹੈ ਪਲੈਨਿੰਗ ਨਾਲ, ਤੇ ਪਲੈਨਿੰਗ ਦੇ ਨਾਲ ਜੁੜੀ ਹੈ ਐਕਸ਼ਨ ਪਲੈਨਿੰਗ, ਤੇ ਐਕਸ਼ਨ ਪਲੈਨਿੰਗ ਨਾਲ ਜੁੜੀ ਹੈ ਜਿਹੜਾ ਕੰਮ ਕੀਤਾ ਉਹਦੀ ਰਿਪੋਰਟ। ਔਰ ਅਗਲੀ ਗੱਲ ਆਉਂਦੀ ਹੈ ਕਿ ਉਹ ਰਿਪੋਰਟ ਨੂੰ ਕੌਣ ਚੈੱਕ ਕਰ ਰਿਹਾ, ਕੌਣ ਰਿਵਿਊ ਕਰ ਰਿਹਾ, ਔਰ ਉਸਦੇ ਬੇਸ ਦੇ ਉੱਤੇ ਅਸੀਂ ਅਗਲਾ ਸਟੈਪ ਕੀ ਕਰ ਰਹੇ ਹਾਂ। ਜਦੋਂ ਇਹ ਸਾਰੇ ਕੰਮ ਆਪਾਂ ਕਰ ਲੈਨੇ ਆ ਤੇ ਜ਼ਾਹਿਰ ਹੈ ਕਿ ਜਿੱਥੇ ਆਪਾਂ ਖੜੇ ਆ ਉਸ ਤੋਂ ਬੈਟਰ ਤੁਰਾਂਗੇ। ਬਹੁਤ ਵਧੀਆ ਕੰਮ ਹੋ ਰਹੇ ਨੇ, ਬੜੀ ਵਧੀਆ ਪ੍ਰਾਪਤੀਆਂ ਨੇ ਸਾਡੀਆਂ, ਲੇਕਿਨ ਸ਼ਾਇਦ ਸਮਾਂ ਪੰਥ ਦੀ ਜਿਹੜੀ ਲੋੜ ਹੈ ਉਸ ਤੋਂ ਵੱਧ ਹੈ ਜਿੱਥੇ ਆਪਾਂ ਖੜੇ ਆ। ਜੇ ਇੱਕ ਇੱਕ ਕਰਕੇ ਹੌਲੀ ਹੌਲੀ ਜਦੋਂ ਵੀ ਆਪਾਂ ਆਪਸ ਦੇ ਵਿੱਚ ਮਿਲਦੇ ਆ, ਕਿਸੇ ਵੀ ਰੂਪ ਚ ਕੋਈ ਵਿਚਾਰ ਵਟਾਂਦਰਾ ਕਰਦੇ ਆ, ਤੇ ਕੋਈ ਨਾ ਕੋਈ ਜਿਹੜਾ ਨੁਕਤਾ ਹੈ, ਕੋਈ ਨਾ ਕੋਈ ਗੱਲ ਸਾਡੇ ਸਾਹਮਣੇ ਆਉਂਦੀ ਹੈ, ਜੇਕਰ ਅਸੀਂ ਉਹਨੂੰ ਨਿੱਜੀ ਤੌਰ ਤੇ ਕੱਲਾ ਕੱਲਾ ਬੰਦਾ, ਕੱਲਾ ਕੱਲਾ ਮਿਸ਼ਨਰੀ ਸੋਚੇ ਤੇ ਅੱਗੇ ਵਧਣ ਦੀ ਕੋਸ਼ਿਸ਼ ਕਰੇ ਤਾਂ ਸਾਡੇ ਜਿਹੜੇ ਟੀਚੇ ਨੇ ਪਹਿਲਾਂ ਤੋਂ ਵੱਧ ਪ੍ਰਾਪਤ ਹੋਣਗੇ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।